ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਸ਼ੰਤਾ ਮਹਲਾ ਪੰਜਵਾ। ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦਿ। ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨਦਿਨ ਜਾਗੇ। ਗੋਬਿੰਦ ਗੁਣ ਗਾਵਣ ਲਾਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਸ਼ੰਤਾ ਮਹਲਾ ਪੰਜਵਾ। ਸੂਹੀ ਰਾਗਨੀ ਵਿੱਚ ਪੰਜਵੇਂ ਪਾਤਸ਼ਾਹ ਦੂਜੇ ਸੁਰਤਾਲ ਦੇ ਵਿੱਚ ਗੋਬਿੰਦ ਦੇ ਗੁਣਾਂ ਦਾ ਮਹੱਤਮ ਦੱਸਦੇ ਹੋਏ ਇਹ ਸ਼ੰਤ ਜਸ ਰੂਪ ਗੁਰਬਾਣੀ ਉਚਾਰਨ ਕਰਦੇ ਹਨ। ਘਰ ਦੂਜਾ ਦੂਜੇ ਸੁਰਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰ ਰਹੇ ਨੇ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਸਤ ਹੈ, ਚਿਤ ਹੈ ਤੇ ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਗੋਬਿੰਦ ਗੁਣ ਗਾਵਣ ਲਾਗੇ। ਭਾਈ ਜਦ ਅਸੀਂ ਗੋਬਿੰਦ ਪਰਮੇਸ਼ਰ ਦੇ ਗੁਣ ਗਾਉਣ ਲੱਗ ਪਏ ਹਰ ਰੰਗ ਅਨਦਿਨ ਜਾਗੇ। ਤਦੋਂ ਦੇ ਹਰੀ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰਾਤ ਦਿਨ ਗਿਆਨ ਜਗਤ ਵਿੱਚ ਜਾਗ ਪਏ ਹਾਂ। ਹਰ ਰੰਗ ਜਾਗੇ ਪਾਪ ਭਾਗੇ। ਜਦੋਂ ਹਰੀ ਦੇ ਪ੍ਰੇਮ ਰੰਗ ਦੇ ਵਿੱਚ ਜਾਗ ਪਏ ਤਦੋਂ ਸਾਰੇ ਪਾਪ ਗੁਨਾਹ ਭੱਜ ਗਏ। ਮਿਲੇ ਸੰਤ ਪਿਆਰਿਆ ਅਤੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਤਮਾ ਆ ਕੇ ਮਿਲੇ ਸਾਨੂੰ ਪ੍ਰਾਪਤ ਹੋ ਗਏ। ਜਾਂ ਅਸੀਂ ਵਾਹਿਗੁਰੂ ਦੇ ਪਿਆਰਿਆਂ ਸੰਤ ਜਨਾਂ ਨਾਲ ਜਾ ਮਿਲੇ ਜਾਂ ਪਿਆਰੇ ਸੰਤ ਜਨਾਂ ਦੀ ਸੰਗਤ ਕਰਕੇ ਸ਼ੁਭ ਗੁਣ ਆ ਕੇ ਪ੍ਰਾਪਤ ਹੋਏ ਹਨ। ਗੁਰ ਚਰਨ ਲਾਗੇ ਪਰਮ ਭਾਗੇ। ਜਦ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਜਾ ਲੱਗੇ
ਤਦੋਂ ਸਾਰੇ ਜਿਨ੍ਹੇ ਭਰਮ ਸਨ ਉਹ ਭੱਜ ਗਏ, ਭਾਵ ਨਿਵਰਤ ਹੋ ਗਏ। ਕਾਜ ਸਗਲ ਸਵਾਰਿਆ, ਅਤੇ ਗੁਰੂ ਜੀ ਨੇ ਲੋਕ ਪਰਲੋਕ ਦੇ ਸਾਰੇ ਕਾਰਜਾਂ ਨੂੰ ਦੁਰਸਤ ਕਰ ਦਿੱਤਾ। ਸੁਣ ਸ਼੍ਰਵਣ ਬਾਣੀ ਸਹਿਜ ਜਾਣੀ, ਕੰਨਾਂ ਦੁਆਰਾ ਨਾਮ ਬਾਣੀ ਨੂੰ ਸੁਣ ਕੇ ਸੁਭਾਵਕ ਹੀ ਵਾਹਿਗੁਰੂ ਦੀ ਪ੍ਰਾਪਤੀ ਜਾਣੀ ਹੈ। ਹਰ ਨਾਮ ਜਪ ਵਡ ਭਾਗਾ, ਅਤੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਵੱਡੇ ਭਾਗਾਂ ਵਾਲੇ ਹੋ ਗਏ ਹਾਂ। ਬਿਨਵੰਤ ਨਾਨਕ ਸਰਨ ਸੁਆਮੀ, ਬੇਨਤੀ ਪੂਰਵਕ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਮਾਲਕ ਵਾਹਿਗੁਰੂ ਦੀ ਓਟ ਵਿੱਚ ਪਏ ਹਾਂ। ਜੀਉ ਪਿੰਡ ਪ੍ਰਭ ਆਗਾ, ਅਤੇ ਜੀਉ ਹਿਰਦਾ ਤੇ ਪਿੰਡ ਸਰੀਰ ਆਦਿਕ ਸਭ ਕੁਝ ਉਸ ਵਾਹਿਗੁਰੂ ਦੇ ਅੱਗੇ ਅਰਪਣ ਕੀਤਾ ਹੋਇਆ ਹੈ। ਅਨਹਦ ਸ਼ਬਦ ਸੁਹਾਵਾ, ਸੋ ਜੋ ਨਾਦ ਤੋਂ ਰਹਿਤ ਸਤਿਗੁਰਾਂ ਦਾ ਸ਼ੋਭਨੀਕ ਉਪਦੇਸ਼ ਹੈ। ਸਚ ਮੰਗਲ ਹਰ ਜਸ ਗਾਵਾ, ਉਸ ਦੁਆਰਾ ਮੰਗਲ ਸਰੂਪ ਜਾਂ ਮੰਗਲਦਾਇਕ ਹਰੀ ਪਰਮੇਸ਼ਰ ਦਾ ਸੱਚਾ ਜਸ ਗਾਉਣਾ ਕੀਤਾ ਹੈ। ਗੁਣ ਗਾਏ ਹਰ ਹਰ ਦੁਖ ਨਾਸੇ, ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਗੁਣ ਗਾਉਣ ਕਰਕੇ ਜੰਮਣ ਮਰਨ ਆਦਿਕ ਦੇ ਦੁੱਖ ਨਾਸ਼ ਹੋ ਜਾਂਦੇ ਹਨ। ਪਰਸ ਉਪਜੈ ਮਨ ਕਣਾ, ਅਤੇ ਮਨ ਹਿਰਦੇ ਵਿੱਚ ਬਹੁਤ ਸਾਰਾ ਆਨੰਦ ਪ੍ਰਗਟ ਹੁੰਦਾ ਹੈ। ਮਨ ਤਨ ਨਿਰਮਲ ਦੇਖ ਦਰਸ਼ਨ, ਪ੍ਰਭੂ ਗੁਰੂ ਜੀ ਦਾ ਦਰਸ਼ਨ ਦੀਦਾਰ ਵੇਖ ਕਰਕੇ ਮਨ ਹਿਰਦਾ ਅਤੇ ਤਨ ਸਰੀਰ ਵੀ ਪਵਿੱਤਰ ਹੋ ਗਏ ਹਨ। ਨਾਮ ਪ੍ਰਭ ਕਾ ਮੁਖ ਪਣਾ, ਇਸ ਲਈ ਅਸੀਂ ਸਦਾ ਹੀ ਪਰਮੇਸ਼ਰ ਦਾ ਨਾਮ ਆਪਣੇ ਮੂੰਹੋਂ ਉਚਾਰਨ ਕਰਦੇ ਰਹਿੰਦੇ ਹਾਂ। ਹੋਏ ਰੇਨ ਸਾਧੂ ਪ੍ਰਭ ਅਰਾਧੂ, ਮਹਾਤਮਾ ਜਨਾਂ ਦੇ ਚਰਨਾਂ ਦੀ ਧੂੜ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਆਰਾਧਨਾ ਕਰੀਏ। ਆਪਣੇ ਪ੍ਰਭ ਭਾਵਾ, ਤਾਂ ਆਪਣੇ ਪਰਮੇਸ਼ਰ ਨੂੰ ਭਾ ਜਾਵਾਂਗੇ। ਬਿਨਵੰਤ ਨਾਨਕ ਦਇਆ ਤਾਰਹੁ, ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਹੇ ਮਹਾਰਾਜ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰੋ। ਸਦਾ ਹਰ ਗੁਣ ਗਾਵਾ, ਹੇ ਹਰੀ ਮੈਂ ਹਮੇਸ਼ਾ ਹੀ ਤੇਰੇ ਗੁਣਾਂ ਨੂੰ ਗਾਉਣਾ ਕਰਾਂ, ਐਸੀ ਸਾਡੇ ਦੀ ਕਿਰਪਾ ਕਰੋ। ਗੁਰ ਮਿਲ ਸਾਗਰ ਤਰਿਆ, ਸੋ ਹੇ ਭਾਈ ਅਸੀਂ ਪੂਰੇ ਗੁਰਾਂ ਦੇ ਨਾਲ ਮਿਲਾਪ ਕਰਕੇ ਹੀ ਸੰਸਾਰ ਸਮੁੰਦਰ ਤੋਂ ਤਰਿਆ ਹੈ। ਹਰ ਚਰਨ ਜਪਤ ਨਿਸ ਤਰਿਆ, ਅਤੇ ਹਰੀ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਜੋ ਚਰਨ ਕਮਲ ਹਨ ਉਹਨਾਂ ਨੂੰ ਜਪਦਿਆਂ ਹੀ ਜਾਂ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰ ਕੇ ਗੁਰੂ ਉਪਦੇਸ਼ ਦੁਆਰਾ ਨਾਮ ਜਪ ਕੇ ਹੀ ਤਰਨਾ ਕੀਤਾ ਹੈ। ਹਰ ਚਰਨ ਧਿਆਏ ਸਭ ਫਲ ਪਾਏ, ਜਦ ਅਸੀਂ ਹਿਰਦੇ ਵਿੱਚ ਹਰੀ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰ ਕੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕੀਤਾ ਤਾਂ ਸਾਰੇ ਧਰਮ ਅਰਥ ਕਾਮ ਮੋਖ ਆਦਿਕ ਫਲ ਪਾ ਲਏ। ਮਿਟੇ ਆਵਣ ਜਾਣਾ, ਜਨਮ ਧਾਰ ਕੇ ਆਉਣਾ ਅਤੇ ਮਰ ਕੇ ਕਾਲ ਦੇ ਮੂੰਹ ਦੇ ਵਿੱਚ ਜਾਣਾ,
ਇਹ ਵੀ ਮਿਟ ਗਿਆ, ਨਿਵਰਤ ਹੋ ਗਿਆ ਹੈ। ਪਾਏ ਭਗਤ ਸੁਭਾਏ ਹਰ ਜਾਪਾ। ਜਦ ਪ੍ਰੀਮਾ ਭਗਤੀ ਕਰਕੇ ਸੁਭਾਵਕ ਹੀ ਹਰੀ ਪਰਮੇਸ਼ਰ ਦੇ ਨਾਮ ਦਾ ਜਾਪ ਕੀਤਾ, ਆਪਣੇ ਪ੍ਰਭ ਪਾਵਾ। ਤਾਂ ਅਸੀਂ ਆਪਣੇ ਪਰਮੇਸ਼ਰ ਨੂੰ ਪਾ ਗਏ। ਜਾਪਾ ਏਕ ਅਲਖ ਅਪਾਰ ਪੂਰਨਾ। ਜੋ ਜਪਣੇ ਯੋਗ ਅਦਵੈਤ ਰੂਪ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਵਿਆਪਕ ਪੂਰਾ ਪਰਮੇਸ਼ਰ ਹੈ। ਤਿਸ ਬਿਨਾ ਨਹੀਂ ਕੋਈ। ਇਸ ਪਰਮੇਸ਼ਰ ਤੋਂ ਬਿਨਾ ਹੋਰ ਅਸਥਾਨ ਦੇ ਵਿੱਚ ਹੋਰ ਕੋਈ ਨਹੀਂ ਹੈ। ਇਸੇ ਪ੍ਰਕਾਰ ਜਾਪਾ ਏਕ ਅਲਖ ਅਪਾਰ ਪੂਰਨਾ। ਅਸੀਂ ਇੱਕ ਲਖਣ ਤੋਂ ਰਹਿਤ ਅਪਾਰ ਅਤੇ ਪੂਰਨ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਤਿਸ ਬਿਨਾ ਨਹੀਂ ਕੋਈ। ਕਿਉਂਕਿ ਤਿਸ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਵੀ ਲੋਕ ਪਰਲੋਕ ਦੇ ਵਿੱਚ ਰੱਖਿਅਕ ਨਹੀਂ ਹੈ, ਜਾਂ ਹੋਰ ਕੋਈ ਜਪਣੇ ਯੋਗ ਨਹੀਂ ਹੈ। ਬਿਨਵੰਤ ਨਾਨਕ ਗੁਰ ਭਰਮ ਖੋਇਆ। ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਪੂਰੇ ਸਤਿਗੁਰਾਂ ਨੇ ਸਾਡਾ ਭਰਮ ਗਵਾ ਦਿੱਤਾ ਹੈ। ਜਤ ਦੇਖਾਂ ਤਤ ਸੋਈ। ਹੁਣ ਅਸੀਂ ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਉਹ ਸਾਰ ਸਰੂਪ ਜਾਂ ਤਤਪਦ ਦਾ ਲਾਖਰਤ ਰੂਪ ਬ੍ਰਹਮ ਹੀ ਦਿਖਦਾ ਹੈ। ਬ੍ਰਹਮ ਦਿਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਪਦਦ ਪਾਵਨ ਹਰ ਨਾਮਾ। ਇਹ ਭਾਈ ਹਰੀ ਪਰਮੇਸ਼ਰ ਦਾ ਨਾਮ ਪਤਿਤ ਸ਼ੁਭ ਆਚਰਨਾਂ ਵੱਲੋਂ ਡਿੱਗੇ ਹੋਏ ਪੁਰਖਾਂ ਜਾਂ ਪਾਪੀਆਂ ਨੂੰ ਵੀ ਪਵਿੱਤਰ ਕਰਨੇ ਵਾਲਾ ਹੈ, ਅਤੇ ਪੂਰਨ ਸੰਤ ਜਨਾਂ ਕੇ ਕੰਮਾ। ਸੰਤਾਂ ਮਹਾਤਮਾ ਦੇ ਸਾਰੇ ਕੰਮਾਂ ਕਾਰਜਾਂ ਨੂੰ ਪੂਰੇ ਕਰਦਾ ਹੈ, ਜਾਂ ਪੂਰਨ ਸੰਤ ਜਨਾਂ ਦੇ ਚਿੱਤ ਦੀਆਂ ਕਾਮਨਾਵਾਂ ਵੀ ਪੂਰੀਆਂ ਕਰਦਾ ਹੈ। ਗੁਰ ਸੰਤ ਪਾਇਆ ਪ੍ਰਭ ਤੇ ਆਇਆ। ਜਦ ਅਸੀਂ ਗੁਰੂ ਸੰਤ ਨੂੰ ਜਾਂ ਸ਼ਾਂਤ ਆਤਮਾ ਵਾਲੇ ਗੁਰੂ ਨੂੰ ਪਾਇਆ ਤਾਂ ਪਰਮੇਸ਼ਰ ਨੂੰ ਧਿਆਇਆ। ਸਗਲ ਇੱਛਾ ਪੁੰਨੀਆਂ। ਪਰ ਫਿਰ ਸਾਡੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ। ਹਉ ਤਾਪ ਬਿਨ ਸੇ ਸਦਾ ਸਰਸੇ। ਅੰਗਤਾ ਰੂਪੀ ਤਾਪ ਜਾਂ ਆਦਿ ਵਿਆਧੀ ਉਪਾਧੀ ਦੇ ਤਾਪ ਨਾਸ਼ ਹੋ ਗਏ, ਅਤੇ ਹਮੇਸ਼ਾ ਆਨੰਦਤ ਜਾਂ ਸਹਿਜ ਪ੍ਰੇਮ ਰਸ ਦੇ ਹੋ ਗਏ। ਪ੍ਰਭ ਮੇਲੇ ਚਿਨੀ ਵਿਛੁੰਨਿਆ। ਅਤੇ ਚਿਰਾਂ ਦੇ ਵਿਛੜੇ ਹੋਏ ਪਰਮੇਸ਼ਰ ਦੇ ਨਾਲ ਮੇਰੇ ਅਭੇਦ ਹੋ ਗਏ ਹਾਂ। ਮਨ ਸਾਤ ਆਈ ਵਜੀ ਵਧਾਈ। ਹੁਣ ਹਿਰਦੇ ਵਿੱਚ ਵਾਸ਼ਨਾ ਦੀ ਨਿਵਰਤੀ ਰੂਪ ਸ਼ਾਂਤੀ ਆ ਗਈ ਹੈ, ਅਤੇ ਆਤਮਕ ਆਨੰਦ ਦੀ ਅਤਿਅੰਤ ਖੁਸ਼ੀ ਵੱਜ ਗਈ ਹੈ, ਜਾਂ ਆਤਮਕ ਆਨੰਦ ਪ੍ਰਾਪਤ ਹੋ ਗਿਆ ਹੈ। ਮਨ ਹਉ ਕਦੇ ਨਾ ਵਿਸਰੈ। ਹੁਣ ਹਿਰਦੇ ਵਿੱਚੋਂ ਕਿਸੇ ਵੇਲੇ ਵੀ ਵਾਹਿਗੁਰੂ ਪਰਮਾਤਮਾ ਭੁੱਲਦਾ ਨਹੀਂ ਹੈ। ਬੇਨਵੰਤ ਨਾਨਕ ਸਤਿਗੁਰ ਦ੍ਰਿੜਾਇਆ। ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਸਾਨੂੰ ਸਤਿਗੁਰਾਂ ਨੇ ਇਹ ਉਪਦੇਸ਼ ਚੰਗੀ ਤਰ੍ਹਾਂ ਪਰਪੱਕ ਕਰਵਾਇਆ ਹੈ ਕਿ ਸਦਾ ਭਜ ਜਗਦੀਸ਼ਰੈ। ਹਮੇਸ਼ਾ ਹੀ ਪਰਮੇਸ਼ਰ ਦਾ ਭਜਨ ਕਰਦੇ ਰਿਹਾ ਕਰੋ,
ਜਾਂ ਸਤਿਗੁਰਾਂ ਨੇ ਸੱਚਾ ਨਾਮ ਦ੍ਰਿੜਾਇਆ ਹੈ। ਇਸ ਵਾਸਤੇ ਸਦਾ ਹੀ ਪਰਮੇਸ਼ਰ ਦਾ ਭਜਨ ਕਰਦੇ ਹਾਂ। ਰਾਗ ਸੂਹੀ ਸ਼ੰਤ ਮਹਲਾ ਪੰਜਵਾ। ਸੂਹੀ ਰਾਗਨੀ ਦੇ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਸ਼ੰਦ ਸ਼ਬਦ ਜਸ ਰੂਪ ਗੁਰਬਾਣੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆਂ ਉਚਾਰਨ ਕਰਦੇ ਹਨ। ਘਰ ਤੀਜਾ। ਤੀਜੇ ਘਰ ਸੁਰ ਤਾਲ ਦੇ ਵਿੱਚ ਇਹ ਸ਼ਬਦ ਉਚਾਰ ਰਹੇ ਨੇ। ਇੱਕ ਓੰਕਾਰ। ਵਾਹਿਗੁਰੂ ਇੱਕ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਸਤ ਹੈ ਚਿਤ ਹੈ ਆਨੰਦ ਸਰੂਪ ਪਰਮਾਤਮਾ ਪ੍ਰਾਪਤੀ ਕਿਵੇਂ ਹੈ? ਇੱਕ ਓੰਕਾਰ ਸਤ ਚਿਤ ਆਨੰਦ ਰੂਪ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਬਖਸ਼ਿਸ਼ ਕਿਰਪਾ ਰਹਿਮਤ ਸਦਕਾ ਹੁੰਦੀ ਹੈ। ਤੂੰ ਠਾਕਰੋ ਬੈਰਾਗਰੋ। ਇਹ ਮੇਰੇ ਪਰਮੇਸ਼ਰ ਤੂੰ ਸਾਰਿਆਂ ਦਾ ਠਾਕੁਰ ਹੈ। ਮੇਰੇ ਠਾਕੁਰਾ ਤੇਰੀ ਅੱਗੇ ਅਰਦਾਸ। ਤੂੰ ਠਾਕੁਰ ਤੂੰ ਬਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। हे ਵਾਹਿਗੁਰੂ हे ਅਕਾਲ ਪੁਰਖ ਪਰਮਾਤਮਾ ਤੂੰ ਸਾਡਾ ਠਾ ਅਸਥਿਤ ਪਾਲਣਾ ਕਰਨੇ ਵਾਲਾ ਹੈ। ਕੋ ਨਾਮ ਹੈ ਪੈਦਾ ਕਰਨ ਵਾਲਾ ਹੈ ਤੇ ਰੋ ਨਾਮ ਹੈ ਲੈਤਾ ਕਰਨ ਵਾਲਾ। ਠਾ ਸਥਿਤੀ ਕਰਨ ਵਾਲਾ ਪਾਲਣਾ ਕਰਨ ਵਾਲਾ। ਕੋ ਪੈਦਾ ਕਰਨ ਵਾਲਾ ਤੇ ਰ ਲੈਤਾ ਕਰਨ ਵਾਲਾ। ਭਾਵ ਪਰਮੇਸ਼ਰ ਹੀ ਉਤਪਤੀ ਪਾਲਣਾ ਤੇ ਲੈਤਾ ਕਰਨੇ ਵਾਲਾ ਹੈ। ਤੇ ਬੈਰਾਗਰੋ ਇੱਛਾ ਤੋਂ ਰਹਿਤ ਹੈ। ਤੈਨੂੰ ਇਹ ਇੱਛਾ ਨਹੀਂ ਵੀ ਤੈਨੂੰ ਅਸੀਂ ਮੱਥਾ ਟੇਕੀਏ। ਮੇਰੇ ਮਨ 'ਚ ਇੱਛਾ ਹੈ ਕਿ ਤੁਸੀਂ ਮੇਰੇ ਗੋਡੀਆਂ ਹੱਥ ਲਾਓ। ਕਿਉਂ ਲਾਓ? ਕਿਉਂਕਿ ਮੈਂ ਗਿਆਨੀ ਜੀ ਹਾਂ ਤੁਸੀਂ ਆਮ ਬੰਦੇ ਹੋ ਅਤੇ ਮੈਂ ਤੁਹਾਨੂੰ ਸਮਝਾਉਣ ਆਇਆ। ਇਸ ਲਈ ਮੈਂ ਤੁਹਾਥੋਂ ਵੱਡਾ ਮਾਫ਼ ਕਰਨਾ। ਇਹ ਮਨ ਦੀ ਹਉਮੈ ਹੈ ਵੀ ਮੇਰੇ ਗੋਡੀਆਂ ਹੱਥ ਲਾ ਕੇ ਫਿਰ ਮੈਨੂੰ ਤੁਸੀਂ ਮੱਥਾ ਟੇਕੋ ਫਤਿਹ ਬੁਲਾਓ। ਮੇਰੇ ਮਨ 'ਚ ਵਡਿਆਈ ਦੀ ਇੱਛਾ ਹੈ। ਤੋ ਜਿਹੜਾ ਪਰਮਾਤਮਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਹੈ। ਵੇਖੋ ਮੂਰਖ ਲੋਕ ਅੱਜ ਕੱਲ੍ਹ ਗੁਰੂ ਸਾਹਿਬ ਦੇ ਪੱਤਰੇ ਪਾੜ ਕੇ ਬੇਅਦਬੀ ਕਰ ਰਹੇ। ਕਿੰਨੀ ਮੂਰਖ ਦੁਨੀਆ ਜਿਹੜੇ ਮਹਾਰਾਜ ਬੋਲਦੇ ਤੱਕ ਨਹੀਂ। ਈਰਖਾ ਵੈਰ ਵਿਰੋਧ ਆਦਿਕ ਕੋਈ ਵੀ ਔਗਣ ਨਹੀਂ। ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਨੇ। ਉਹਨਾਂ ਨਾਲ ਦੁਨੀਆ ਵੈਰ ਕਮਾਉਂਦੀ ਹੈ। ਨਿਰਵੈਰ ਹੈ ਨਾਲ ਜੇ ਵੈਰ ਚਾਹੀਦਾ ਤੇ ਸੋ ਮਹਾਰਾਜ ਨੇ ਆਖਿਆ ਹੈ ਵੀ ਸਤਿਗੁਰ ਪੁਰਖ ਨਿਰਵੈਰ ਹੈ। ਜਿਹੜਾ ਮਹਾਰਾਜ ਗੁਰੂ ਸਾਹਿਬ ਜੀ ਨਿਰਵੈਰ ਹੈ ਜਿਹੜਾ ਇਹਨਾਂ ਦੇ ਨਾਲ ਵੈਰ ਕਰਦਾ ਤੇ ਇਸ ਦਾ ਭਲਾ ਕਿਉਂ ਹੋਏ? ਤੁਸੀਂ ਦੱਸੋ ਵੀ ਉਹਦਾ ਕਿੱਥੇ ਭਲਾ ਹੋਊਗਾ? ਸੋ ਗੁਰੂ ਸਾਹਿਬ ਦੀ ਭਾਵੇਂ ਕੋਈ ਬੇਅਦਬੀ ਕਰੇ ਉਹਨੂੰ ਸ਼ਰਾਪ ਨਹੀਂ ਦਿੰਦੇ ਤੇ ਭਾਵੇਂ ਕੋਈ ਮੱਥਾ ਟੇਕੇ ਤੇ ਇਹ ਨਹੀਂ ਵੀ ਮਨ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਾਣ ਕਰਨਾ ਵੀ ਮੈਨੂੰ ਮੱਥਾ ਟੇਕ ਰਹੇ ਨੇ ਤੇ ਮਨ ਦੇ ਵਿੱਚ ਕੋਈ ਹੰਕਾਰ ਵਾਲੀ ਬਿਰਤੀ ਨਹੀਂ। ਇੱਕ ਰਸ ਅਵਸਥਾ ਦਸੇ ਪਾਤਸ਼ਾਹੀਆਂ ਸਰੀਰਕ ਤੌਰ 'ਤੇ ਹੁੰਦਿਆਂ ਹੋਇਆਂ ਵੀ ਵੇਖੋ ਸਿੱਧਾ ਨੇ ਮਹਾਰਾਜ ਨੂੰ ਗਾਲਾਂ ਵੀ ਕੱਢੀਆਂ। ਬਾਲੇ ਬਾਲੇ ਆਖਿਆ ਉਹ ਮਰਦਾਨੇ ਨੂੰ ਗੁੱਸਾ ਆਉਂਦਾ ਸੀ
ਇੱਕ ਸੁਣ ਮਾਰਾ ਮਾਰੇ, ਕਹਿੰਦੇ ਨਹੀਂ ਮਰਦਾਨਿਆ, ਫਿਰ ਕੀ ਹੋ ਗਿਆ, ਬੋਲਦੇ ਬੋਲੀ ਜਾਣਦੇ, ਤੂੰ ਵੀ ਬੋਲ। ਇਹ ਸ਼ਬਦੀ ਲੜਾਈ ਹੈ, ਕਸੁੰਨ ਮੁੱਕੀ ਦੀ ਲੜਾਈ ਨਹੀਂ ਹੈ। ਜੇ ਤੁਹਾਡੇ 'ਚ ਤਾਕਤ ਹੈ ਤੇ ਅਗਲੇ 'ਤੇ ਤੁਸੀਂ ਬੋਲ ਕੇ ਪ੍ਰਭਾਵ ਪਾ ਕੇ ਦੱਸੋ। ਸੋ ਗੁਰੂ ਸਾਹਿਬ ਜੀ ਬਾਣੀ ਦੇ ਦੁਆਰਾ ਉਪਦੇਸ਼ ਬਖਸ਼ਦੇ ਨੇ। ਕੋਈ ਮੱਥਾ ਟੇਕੀ ਜਾਏ, ਇਹ ਨਹੀਂ ਵੀ ਉਹਨੂੰ ਆਉਂਦਿਆਂ ਹੀ ਵਰ ਦੇ ਦੇਣਾ, ਉਹਨੂੰ ਉਪਦੇਸ਼ ਦੇਣਾ ਹੈ। ਕੋਈ ਵੀ ਸ਼ਰਾਬੀ ਕਬਾਬੀ ਵਿਕਾਰੀ ਹੈ, ਉਹਨੂੰ ਕਹਿਣਾ ਭਾਈ ਤੂੰ ਸੁਧਰ ਜਾ। ਤੋ ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੀ ਇੱਕ ਰਸ ਅਵਸਥਾ ਹੈ। ਮਹਾਰਾਜ ਦੇ ਮਨ ਦੇ ਵਿੱਚ ਇੱਛਾ ਨਹੀਂ ਹੈ ਕਿ ਮੇਰੀ ਕੋਈ ਪੂਜਾ ਕਰੇ, ਕੋਈ ਮੇਰੀਆਂ ਜੋਤਾਂ ਜਗਾਏ, ਕੋਈ ਮੈਨੂੰ ਰੁਮਾਲੇ ਭੇਟਾ ਕਰੇ। ਆਮ ਵਿਦਵਾਨ ਲੋਕ ਇਹ ਗੱਲ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਨਾ ਤਾਂ ਠੰਡ ਲੱਗਦੀ ਹੈ ਨਾ ਗਰਮੀ ਲੱਗਦੀ ਹੈ, ਇਸ ਲਈ ਜਿਹੜੇ ਗਰਮ ਰੁਮਾਲੇ ਸਰਦੀਆਂ 'ਚ ਦੇਣੇ ਨੇ ਜਾਂ ਠੰਡ ਆਪਣਾ ਗਰਮੀਆਂ 'ਚ ਸੂਤੀ ਰੁਮਾਲੇ ਦੇਣੇ ਨੇ, ਇਹਦਾ ਕੋਈ ਮਤਲਬ ਨਹੀਂ ਹੈ। ਇਹ ਤਾਂ ਗੱਲ ਸਹੀ ਹੈ ਕਿ ਗੁਰੂ ਸਾਹਿਬ ਨੂੰ ਸਰਦੀ ਗਰਮੀ ਕੋਈ ਨਹੀਂ ਹੈ। ਮਹਾਰਾਜ ਦੀ ਅਵਸਥਾ ਇੱਕ ਰਸ ਹੈ, ਕੋਈ ਇੱਛਾ ਨਹੀਂ ਹੈ, ਪਰ ਸਾਡੀਆਂ ਇੱਛਾਵਾਂ ਪੂਰੀਆਂ ਹੋਣ ਇਸ ਲਈ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਾਂ। ਤੋ ਜੋ ਵਾਹਿਗੁਰੂ ਹੈ ਉਹ ਵੈਰਾਗਰੋ ਵੈਰਾਗਮਈ ਅਵਸਥਾ ਵਿੱਚ ਹੈ। ਭਾਵੇਂ ਕੋਈ ਹਿੰਦੂ ਆ ਜਾਏ, ਭਾਵੇਂ ਮੁਸਲਮਾਨ ਆ ਜਾਏ, ਉਹਨਾਂ ਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਜਿਹੜਾ ਉਪਦੇਸ਼ ਮੰਨ ਲਏ ਉਹਦੇ 'ਤੇ ਕਿਰਪਾ ਹੋ ਜਾਂਦੀ ਹੈ। ਅਤੇ ਉਹ ਭਾਵੇਂ ਕੋਈ ਲੱਖ ਨੱਕ ਰਗੜੀ ਜਾਏ, ਜਿਹਨੇ ਮੰਨਣਾ ਨਹੀਂ ਤੋ ਜਿਹਦੇ 'ਤੇ ਕਿਰਪਾ ਕਰਦੇ ਨੇ ਉਹਨੂੰ ਫਿਰ ਆਪ ਦਾ ਉਪਦੇਸ਼ ਮਨਾਉਂਦੇ ਵੀ ਹਨ। ਸੋ ਐਸੇ ਮਹਾਰਾਜ ਸਰੂਪ ਦੇ ਵਿੱਚ ਜੋ 10 ਸਰੂਪ ਧਾਰੇ, ਇਹਨਾਂ ਵਿੱਚ ਵੀ ਵੈਰਾਗਵਾਨ ਰਹੇ। ਸ੍ਰੀ ਗੁਰੂ ਅਰਜਨ ਦੇਵ ਜੀ ਵੇਖੋ ਕਿੰਨੇ ਵੈਰਾਗੀ, 1 ਮਿੰਟ ਨਹੀਂ ਲਾਇਆ, ਸਰੀਰ ਤਿਆਗਣ ਲੱਗਿਆ ਸਰਬੱਤ ਦੇ ਭਲੇ ਵਾਸਤੇ ਤਤੀ ਤਵੀ 'ਤੇ ਬੈਠ ਕੇ ਸ਼ਹੀਦੀ ਦਿੱਤੀ। ਸੋ ਐਸਾ ਜੋ ਠਾਕੁਰ ਮੇਰਾ ਮਾਲਕ ਹੈ ਉਹ ਇੱਛਾ ਤੋਂ ਰਹਿਤ ਹੈ। ਉਹਨੂੰ ਇਹ ਇੱਛਾ ਨਹੀਂ ਵੀ ਮੇਰੀਆਂ ਗੋਲਕਾਂ ਭਰਨ, ਮੈਨੂੰ ਰੁਮਾਲੇ ਚੜ੍ਹਨ, ਉਹਦੀ ਇਹ ਇੱਛਾ ਨਹੀਂ ਵੀ ਮੈਨੂੰ ਮੱਥੇ ਟੇਕਣ, ਉਹਦੀ ਇਹ ਇੱਛਾ ਨਹੀਂ ਵੀ ਮੈਨੂੰ ਲੱਡੂ ਜਲੇਬੀਆਂ ਦਾ ਭੋਗ ਲਵਾਉਣ। ਇਹ ਤਾਂ ਸਾਨੂੰ ਲੋੜ ਹੈ, ਸਾਨੂੰ ਮਹਾਰਾਜ ਬਖਸ਼ਿਸ਼ ਕਰੇ। ਇਸ ਲਈ ਗੁਰੂ ਸਾਹਿਬ ਦਾ ਦਿੱਤਾ ਮਹਾਰਾਜ ਦੇ ਅੱਗੇ ਰੱਖ ਕੇ ਆਪਾਂ ਨਮਸਕਾਰ ਕਰਦੇ ਹਾਂ। ਇਸੇ ਪ੍ਰਕਾਰ ਤੂੰ ਠਾਕੁਰ ਬੈਰਾਗਰੋ, ਇਹ ਮਾਲਕ ਪਰਮੇਸ਼ਰ ਤੂੰ ਹੀਰਿਆਂ ਦੀ ਖਾਨ ਰੂਪ ਹੈ। ਇਸੇ ਪ੍ਰਕਾਰ ਤੂੰ ਠਾਕੁਰ ਬੈਰਾਗਰੋ, ਹੀਰਿਆਂ ਦੀ ਖਾਨ ਦੀ ਤਰ੍ਹਾਂ ਤੂੰ ਅਨਬਿਧ ਹੈ, ਮੰਨਿਆ ਨਹੀਂ ਜਾਂਦਾ। ਇਹ ਮਾਲਕ ਪਰਮੇਸ਼ਰ ਬੈਰ ਆਗਰੋ, ਬੈਰ ਨਾਮ ਹੈ ਹੀਰਿਆਂ ਅਤੇ ਆਗਰੋ ਨਾਮ ਹੈ ਖਾਣ ਦਾ। ਤੋ ਹੀਰਿਆਂ ਦੀ ਖਾਣ ਦੀ ਤਰ੍ਹਾਂ ਨਿਬਿਧ ਹੈ। ਇਸੇ ਤਰ੍ਹਾਂ ਤੂੰ ਠਾਕੁਰ ਬੈਰਾਗਰੋ, ਹੀਰਿਆਂ ਦੀ ਖਾਣ ਮਤ ਅਮੋਲਕ ਹੈ ਅਤੇ ਬੈਰਾਗਰੋ ਬਾਮਣ ਚੰਦਨ ਦੀ ਤਰ੍ਹਾਂ ਹੈ। ਜਾਂ ਬੈਰਾਗਰੋ ਭਾਵ ਸਾਰੇ ਜੀਵਾਂ ਵਿੱਚ ਰਹਿੰਦਾ ਹੋਇਆ ਕਿਸੇ ਨਾਲ ਮੋਹ ਨਹੀਂ ਕਰਦਾ। ਮੈਂ ਜਿਹੀ ਕਣ ਚੇਰੀ ਰਾਮ, ਇਸ ਲਈ ਵੈਰਾਗ ਸਰੂਪ ਹੈ। ਇਹ ਰਾਮ ਪਰਮੇਸ਼ਰ ਮੇਰੇ ਜੈਸੀਆਂ ਤੇਰੇ ਦਰ ਉੱਤੇ ਅਨੇਕਾਂ ਹੀ ਦਾਸੀਆਂ, ਭਾਵ ਤੁਹਾਡੇ ਅਨੇਕਾਂ ਹੀ ਮੇਰੇ ਵਰਗੇ ਭਗਤ ਹਨ। ਤੂੰ ਸਾਗਰੋ ਰਤਨਾਗਰੋ, ਇਹ ਪਰਮੇਸ਼ਰ ਤੂੰ ਸਮੁੰਦਰ ਰੂਪ ਅਤੇ ਰਤਨਾਂ ਦੀ ਖਾਣ ਹੈ। ਜਾਂ ਗੁਣਾਂ ਦਾ ਸਮੁੰਦਰ ਤੇ ਵੈਰਾਗ ਆਦਿਕ ਸਾਧਨਾ ਰੂਪ ਰਤਨਾਂ ਦੀ ਖਾਣ ਹੈ। ਜਾਂ ਤੂੰ ਰਤਨ ਅਗਰੋ ਪ੍ਰਧਾਨ ਭਾਵ ਸ੍ਰੇਸ਼ਟ ਗੁਣਾਂ ਰੂਪ ਰਤਨਾਂ ਦਾ ਸਮੁੰਦਰ ਹੈ। ਹਉ ਸਾਰ ਨ ਜਾਣ ਤੇਰੀ ਰਾਮ, ਇਸ ਲਈ ਮੈਂ ਤੇਰੀ ਪ੍ਰਾਪਤੀ ਦੀ ਖਬਰਸਾਰ ਨਹੀਂ ਜਾਣ ਸਕਦੀ।
ਸਾਰ ਨ ਜਾਣਾ ਤੂੰ ਵੱਡ ਦਾਣਾ। ਤੇਰੀ ਪ੍ਰਾਪਤੀ ਰੂਪੀ ਖਬਰ ਨੂੰ ਮੈਂ ਨਹੀਂ ਜਾਣ ਸਕਦੀ। ਤੂੰ ਬਹੁਤ ਦਾਨਾਈ, ਸਿਆਣਾ ਤੇ ਸਿਆਣਪ ਵਾਲਾ ਚਤੁਰ ਹੈ, ਜਾਂ ਦਾਣਾ ਦਾਤਾਂ ਦੇ ਦੇਣ ਵਾਲਾ ਹੈ। ਕਰ ਮਿਹਰਮਤ ਸਾਈ। ਇਸ ਲਈ ਹੇ ਮੇਰੇ ਮਾਲਕਾ, ਮੇਰੇ ਤੇ ਅਮਿਤ ਮਿਹਰ ਕਰ। ਕਿਰਪਾ ਕੀਜੈ ਸਮਤ ਦੀਜੈ। ਹੇ ਪਰਮੇਸ਼ਰ, ਐਸੀ ਦਇਆ ਦ੍ਰਿਸ਼ਟੀ ਕਰੋ ਤੇ ਉਹ ਜਿਹੜੀ ਮਤ, ਉਹ ਜਿਹੜੀ ਅਕਲ ਸਾਨੂੰ ਬਖਸ਼ਿਸ਼ ਕਰ ਦੇਵੋ। ਆਠ ਪਹਿਰ ਤੁਧ ਧਿਆਈ। ਜਿਸ ਕਰਕੇ ਮੈਂ ਅੱਠੇ ਪੈਰ ਤੁਹਾਨੂੰ ਹੀ ਧਿਆਉਣਾ ਕਰਾਂ। ਘਰ ਬੰਨਾ ਕੀਜੈ ਰੇਣ ਹਵੀਜੈ। ਇਹ ਪਰਮੇਸ਼ਰ, ਜੇਕਰ ਕੋਈ ਗੁਣਾਂ ਦਾ ਜਾਂ ਵਿਦਿਆ ਦਾ ਹੰਕਾਰ ਨਾ ਕਰੇ ਤੇ ਸਾਰਿਆਂ ਦੇ ਚਰਨਾਂ ਦੀ ਧੂੜੀ ਹੋਣਾ ਕਰੇ, ਤਾਂ ਗਤ ਜੀਅਰ ਤੇਰੀ। ਤਾਂ ਹੀ ਉਸ ਜੀਵ ਨੂੰ ਤੇਰੀ ਪ੍ਰਾਪਤੀ ਹੁੰਦੀ ਹੈ। ਇਸੇ ਪ੍ਰਕਾਰ ਘਰ ਬੰਨਾ ਕੀਜੈ ਰੇਣ ਹਵੀਜੈ। ਸਤਿਗੁਰੂ ਜੀ ਅਕਾਲ ਪੁਰਖ ਵੱਲੋਂ ਜੋ ਜੀਵਾਂ ਦੇ ਤਾਈਂ ਸਵੈ ਸਰੂਪ ਨੂੰ ਪਹਿਚਾਨਣ ਲਈ ਨਾਮ ਧਿਆਉਣ ਤੇ ਅਹੰਤਾ ਛੱਡਣ ਦਾ ਹੁਕਮ ਹੈ, ਉਹਦੀ ਬਾਬਤ ਕਥਨ ਕਰਦੇ ਨੇ ਕਿ ਹੇ ਜੀਵ, ਗੁਣਾਂ ਦਾ, ਵਿਦਿਆ ਦਾ ਕਦੀ ਅਹੰਕਾਰ ਨਾ ਕਰ। ਪਤਾ ਨਹੀਂ ਕਿਹੜੇ ਵੇਲੇ ਦਿਮਾਗ ਫੇਲ ਹੋ ਜਾਣਾ ਹੈ। ਤਾਂ ਗਤ ਜੀਅਰ ਤੇਰੀ। ਸਾਰਿਆਂ ਦੇ ਚਰਨਾਂ ਦੀ ਧੂੜ ਹੋ ਜਾ। ਇਹ ਜੀਵ, ਤਾਂ ਹੀ ਤੇਰੀ ਮੁਕਤੀ ਹੋਵੇਗੀ, ਜਾਂ ਤਾਂ ਹੀ ਤੇਰੇ ਤਾਈਂ ਸੱਚ ਸਰੂਪ ਦੀ ਪ੍ਰਾਪਤੀ ਹੋਵੇਗੀ। ਸਭ ਉਪਰ ਨਾਨਕ ਕਾ ਠਾਕੁਰ। ਇਹ ਪਰਮੇਸ਼ਰ, ਤੇਰਾ ਹੁਕਮ ਰੂਪ ਡੰਡਾ ਸਾਰਿਆਂ ਦੇ ਉੱਪਰ ਹੈ ਤੇ ਮੇਰੇ ਸਤਿਗੁਰੂ ਨਾਨਕ ਦਾ ਜਾਂ ਸਾਡੇ ਜਨਾਂ ਦਾ ਤੂੰ ਹੀ ਠਾਕੁਰ ਮਾਲਕ ਹੈ। ਮੈਂ ਜਿਹੀ ਕਣ ਚੇਰੀ ਰਾਮ। ਮੇਰੇ ਜੈਸੀਆਂ ਤੁਹਾਡੀਆਂ ਬਹੁਤੀਆਂ ਹੀ ਦਾਸੀਆਂ ਹਨ। ਤੁਮ ਗੌਹਰ ਅਤ ਗਹਿਰ ਗੰਭੀਰਾ। ਇਹ ਪਰਮੇਸ਼ਰ, ਤੁਸੀਂ ਮੋਤੀ ਦੀ ਤਰ੍ਹਾਂ ਉਜਲ ਸਰੂਪ ਹੋ, ਜਾਂ ਅਨਬਿਧ ਮੋਤੀ ਦੀ ਤਰ੍ਹਾਂ ਬੇਕੀਮਤ ਹੋ, ਜਾਂ ਸਮੁੰਦਰ ਦੇ ਪਾਣੀ ਦੀ ਹੇਠਲੀ ਤਹਿ ਦੀ ਤਰ੍ਹਾਂ ਹਿੱਲਣ ਤੋਂ ਰਹਿਤ ਹੋ, ਜਾਂ ਸਮੁੰਦਰ ਦੀ ਤਰ੍ਹਾਂ ਅਚਲ ਹੋ। ਅਤ ਬਹੁਤ ਗਹਿਰ ਡੂੰਘੇ ਅਤੇ ਗੰਭੀਰਾ ਨਿਰਹਲ ਹੋ। ਤੁਮ ਪਰ ਹਮ ਬਾਹੁਰੀ ਰਾਮ। ਇਹ ਰਾਮ ਪਰਮੇਸ਼ਰ, ਤੁਸੀਂ ਪਤੀ ਰੂਪ ਹੋ, ਅਸੀਂ ਜੀਵ ਤੁਹਾਡੀਆਂ ਇਸਤਰੀਆਂ ਵਹੁਟੀਆਂ ਹਾਂ। ਤੁਮ ਵੱਡੇ 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 ਉੱਚੇ। ਇਹ ਪਰਮੇਸ਼ਰ, ਤੁਸੀਂ ਵੱਡੇ, ਬ੍ਰਹਮਾ ਤੋਂ ਵੱਡੇ, ਵਿਸ਼ਨੂੰ ਆਦਿਕਾਂ ਤੋਂ ਵੀ ਵੱਡੇ, ਬੜੇ ਉੱਚੇ ਹੋ। ਜਾਂ ਜੀਵਾਂ ਤੋਂ ਵੱਡੇ ਰਾਜੇ, ਰਾਜਿਆਂ ਤੋਂ ਵੱਡੇ ਦੇਵਤੇ, ਦੇਵਤਿਆਂ ਤੋਂ ਵੱਡੇ ਬ੍ਰਹਮਾ, ਵਿਸ਼ਨੂੰ ਆਦਿਕ ਤੋਂ ਵੀ ਉੱਚੇ ਸ੍ਰੇਸ਼ਟ ਹੋ। ਵੱਡਾ ਸਾਹਿਬ, ਉੱਚਾ ਥਾਓ, ਉੱਚੇ ਉੱਪਰ, ਉੱਚਾ ਨਾਓ। ਹਾਉ ਇਤਨੇ ਕਲਹੋਰੀਆ ਰਾਮ। ਮੈਂ ਤਾਂ ਇੰਨੀ ਕੁ ਛੋਟੀ ਤੋਂ ਵੀ ਛੋਟੀ ਹਾਂ। ਭਾਵ ਤੇਰੇ ਦਾਸਾਂ ਦੀ ਵੀ ਇੱਕ ਛੋਟੀ ਜਿਹੀ ਦਾਸੀ ਹਾਂ। ਹਾਉ ਕਿਛ ਨਾਹੀ ਏਕੋ ਤੂੰ ਹੈ। ਇਹ ਪਰਮੇਸ਼ਰ, ਮੈਂ ਤਾਂ ਕੁਝ ਵੀ ਨਹੀਂ ਹਾਂ, ਇੱਕ ਤੂੰ ਹੀ ਹੈ। ਆਪੇ ਆਪ ਸੁਜਾਨਾ। ਅਤੇ ਤੂੰ ਆਪੇ ਆਪ ਹੀ ਸ੍ਰੇਸ਼ ਚਤੁਰ ਹੈ, ਜਾਂ ਆਪਣੇ ਆਪ ਸਰੂਪ ਹੋਣ ਕਰਕੇ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਅੰਤਰਜਾਮੀ ਹੈ। ਇਸੇ ਪ੍ਰਕਾਰ ਆਪੇ ਆਪ ਸੁਜਾਨਾ। ਇਹ ਸੁਜਾਨਾ ਚਤੁਰ ਪਰਮੇਸ਼ਰ, ਇੱਕ ਤੂੰ ਆਪ ਹੀ ਪਿੱਛੇ ਵਿਆਪਕ ਸੀ,
ਹੁਣ ਵਿਆਪਕ ਹੈ ਤੇ ਅੱਗੇ ਨੂੰ ਵੀ ਤੂੰ ਹੀ ਵਿਆਪਕ ਹੋਵੇਂਗਾ। ਅੰਮ੍ਰਿਤ ਦਿਸ਼ਟਾ ਨਿਮਖ ਪ੍ਰਭ ਜੀਵਾ। ਇਹ ਪਰਮੇਸ਼ਰ, ਜੇਕਰ ਅੰਮ੍ਰਿਤ ਭਰੀ ਕਿਰਪਾ ਦ੍ਰਿਸ਼ਟੀ ਨਾਲ ਛਿਣ ਮਾਤਰ ਵੀ ਮੇਰੇ ਵੱਲ ਤੁਸੀਂ ਦੇਖਣਾ ਕਰੋ ਤਾਂ ਮੈਂ ਆਤਮਿਕ ਜੀਵਨ ਵੱਲ ਜਿਉਂਦਾ ਹੋ ਜਾਂਦਾ ਹਾਂ ਅਤੇ ਸਰਬ ਰੰਗ ਰਸ ਮਨਾ। ਸਾਰੇ ਆਨੰਦਾਂ ਦਾ ਆਸਰਾ ਰੂਪ ਆਤਮਿਕ ਆਨੰਦ ਦਾ ਰਸ ਮਨ ਕਰਦਾ ਹਾਂ। ਚਰਨ ਸਰਣੀ ਦਾਸਹ ਦਾਸੀ। ਇਹ ਪਰਮੇਸ਼ਰ, ਜਿਹੜੇ ਤੁਹਾਡੇ ਚਰਨਾਂ ਦੀ ਓਟ ਗ੍ਰਹਿਣ ਕਰਨ ਵਾਲੇ ਮਹਾਤਮਾ ਜਾਣੇ, ਮੈਂ ਉਹਨਾਂ ਦਾਸਾਂ ਦੀ ਵੀ ਮਨ ਬਾਣੀ ਸਰੀਰ ਕਰਕੇ ਦਾਸੀ ਟਹਿਲਣਾ ਹਾਂ। ਮਨ ਮੌਲਾ ਤਨ ਹਰੀਆ। ਇਸ ਲਈ ਉਹਨਾਂ ਦੇ ਦਰਸ਼ਨ ਕਰਕੇ ਮੇਰਾ ਹਿਰਦਾ ਪ੍ਰਫੁੱਲਤ ਹੋ ਜਾਂਦਾ ਹੈ ਅਤੇ ਸਰੀਰ ਵੀ ਸ਼ੁਭ ਗੁਣਾਂ ਦੇ ਨਾਲ ਸਰ ਸਬਜ ਹਰਾ ਭਰਾ ਹੋ ਜਾਂਦਾ ਹੈ। ਨਾਨਕ ਠਾਕਰ ਸਰਬ ਸਮਾਣਾ। ਸਤਿਗੁਰੂ ਜੀ ਕਥਨ ਕਰਦੇ, ਹੇ ਮਾਲਕ ਪਰਮੇਸ਼ਰ, ਤੂੰ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਆਪਨ ਭਾਵਨ ਕਰੀਆ। ਅਤੇ ਆਪਣਾ ਮਨ ਭਾਉਂਦਾ ਕਾਰਜ ਕਰਦਾ ਹੈ, ਜਾਂ ਜਿਹਨੂੰ ਆਪਣੀ ਪ੍ਰਾਪਤੀ ਦੀ ਸ਼ਰਧਾ ਲਾ ਦਿੰਦਾ ਹੈ ਉਹੀ ਤੇਰੀ ਪ੍ਰਾਪਤੀ ਕਰਦਾ ਹੈ। ਇਸੇ ਪ੍ਰਕਾਰ ਆਪਨ ਭਾਵਨ ਕਰੀਆ। ਆਪ ਜੀ ਦੀ ਭਾਵਨਾ ਕਰੀਆ ਮਲਾਹ ਦੀ ਤਰ੍ਹਾਂ ਹੈ, ਜਿਨ੍ਹਾਂ ਨੂੰ ਖਿੱਚ ਉਹ ਆਪ ਤਰਦੇ ਤੇ ਹੋਰਨਾਂ ਨੂੰ ਤਾਰਦੇ ਹਨ। ਆਪ ਤਰੇ ਤਾਰੇ ਨਸਰਠਾ। ਤੁਝ ਉਪਰ ਮੇਰਾ ਹੈ ਮਾਣਾ। ਤੇਰੇ ਉੱਤੇ ਮੇਰਾ ਮਨ ਕਰਕੇ ਬਹੁਤ ਮਾਣ ਹੈ। ਤੂੰ ਹੈ ਮੇਰਾ ਤਾਣਾ ਰਾਮ। ਅਤੇ ਹੇ ਰਾਮ ਪਰਮੇਸ਼ਰ, ਤੂੰ ਹੀ ਮੇਰਾ ਤਨ ਕਰਕੇ ਤਾਣਾ ਬਲ ਸਹਾਰਾ ਹੈ। ਜਾਂ ਇਸੇ ਪ੍ਰਕਾਰ ਤੁਝ ਉਪਰ ਮੇਰਾ ਹੈ ਮਾਣਾ। ਮੇਰੇ ਅੰਦਰ ਤੇਰੇ ਗਿਆਨ ਦਾ ਮੰਨਣ ਕਰਨ ਰੂਪੀ ਮਾਣ ਹੈ। ਤੂੰ ਹੈ ਮੇਰਾ ਤਾਣਾ ਰਾਮ। ਤੇ ਤੂੰ ਹੀ ਮੇਰੇ ਤਨ ਵਿੱਚ ਵਿਵੇਕ ਦਾ ਤਾਣ ਬਲ ਹੈ। ਸੁਰਤ ਮਤ ਚਤੁਰਾਈ ਤੇਰੀ। ਪਰਮਾਰਥ ਦੀ ਸੁਰਤ ਗਿਆਤ, ਸੰਸਾਰਕ ਵਿਵਹਾਰਾਂ ਵਾਲੀ ਮਤ ਬੁੱਧੀ ਤੇ ਸ਼ਾਸਤਰਾਂ ਦੀ ਚਤੁਰਾਈ ਸਿਆਣਪ ਤੇਰੀ ਹੀ ਦਿੱਤੀ ਹੈ। ਜਾਂ ਇਸੇ ਪ੍ਰਕਾਰ ਸੁਰਤ ਮਤ ਚਤੁਰਾਈ ਤੇਰੀ। ਸੁਰਤੀਆਂ ਦੇ ਮਤ ਵਾਲੀ ਤੇ ਵਾਕਾਂ ਦੀ ਚਤੁਰਾਈ ਤੇਰੀ ਹੀ ਦਿੱਤੀ ਹੋਈ ਹੈ। ਇਸੇ ਪ੍ਰਕਾਰ ਸੁਰਤ ਮਤ ਚਤੁਰਾਈ ਤੇਰੀ। ਸ੍ਰੇਸ਼ਟ ਪ੍ਰੀਤੀ ਵਾਲੀ ਆਤਮ ਸ਼ੈਣੀ ਬੁੱਧ ਤੇ ਤੇਰੀ ਪ੍ਰਾਪਤੀ ਦੇ ਗੁਣਾਂ ਨੂੰ ਗਾਉਣ ਵਾਲੀ ਜਾਂ ਸਰੂਪ ਦੀ ਪ੍ਰਾਪਤੀ ਰੂਪ ਚਾਤੁਰਤਾ ਤੇਰੀ ਹੀ ਦਿੱਤੀ ਹੋਈ ਹੈ। ਤੂੰ ਜਾਣਾ ਇਹ ਜਾਣਾ ਰਾਮ। ਇਹ ਰਾਮ ਪਰਮੇਸ਼ਰ, ਜੇਕਰ ਤੂੰ ਗੁਰਾਂ ਦੁਆਰਾ ਜਾਣਾਵੇਂ ਤਾਂ ਹੀ ਕੋਈ ਤੇਰੇ ਸਰੂਪ ਨੂੰ ਜਾਣ ਸਕਦਾ ਹੈ। ਸੋਈ ਜਾਣੈ ਸੋਈ ਪਛਾਣੈ। ਸੋ ਉਹੀ ਤੇਰੇ ਤਾਈਂ ਜਾਣਦਾ ਹੈ, ਉਹੀ ਸਵੈ ਸਰੂਪ ਨੂੰ ਪਹਿਚਾਣਦਾ ਹੈ। ਇਸੇ ਪ੍ਰਕਾਰ ਸੋਈ ਜਾਣੈ ਸੋਈ ਪਛਾਣੈ। ਉਹੀ ਤੇਰੇ ਨਿਰਗੁਣ ਸਰੂਪ ਨੂੰ ਜਾਣਦਾ ਹੈ ਔਰ ਉਹੀ ਤੇਰੇ ਸਰਗੁਣ ਸਰੂਪ ਨੂੰ ਪਹਿਚਾਣਦਾ ਹੈ। ਇਸੇ ਪ੍ਰਕਾਰ ਸੋਈ ਜਾਣੈ ਸੋਈ ਪਛਾਣੈ। ਉਹੀ ਤੇਰੇ ਤਤਤਵੰਗ ਪਾਦੇ ਲਖਰਤ ਨੂੰ ਜਾਣਦਾ, ਉਹੀ ਤਤਤਵੰਗ ਪਾਦੇ ਲਖਰਤ ਨੂੰ ਪਹਿਚਾਣਦਾ ਹੈ। ਜਾਂ ਕਉ ਨਦਰ ਸਰੰਦੇ। ਸਰੰਦੇ ਦਾ ਅਰਥ ਹੈ ਸਿਰਜਣਹਾਰ।
ਜਿਨੇ ਸਾਨੂੰ ਸਿਰਜਿਆ, ਇਹ ਸਿਰਜਣਹਾਰ ਪਰਮੇਸ਼ਰ ਜਿਹਦੇ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹੀ ਤੈਨੂੰ ਜਾਣਦਾ ਤੇ ਉਹੀ ਤੈਨੂੰ ਪਹਿਚਾਣਦਾ ਹੈ। ਮਨ ਮੁਖ ਭੁੱਲੀ ਬਹੁਤੀ ਰਾਹੀ। ਮਨ ਦੇ ਪਿੱਛੇ ਤੁਰਨ ਵਾਲੀ ਜਨਾਨੀ ਜਾਂ ਇਸਤਰੀਆਂ ਦੀ ਤਰ੍ਹਾਂ ਜਿਹੜੇ ਮਨਮੁਖ ਨੇ, ਮਨਮੁਖਾਂ ਦੀ ਜਿੰਨੀ ਵੀ ਸ੍ਰਿਸ਼ਟੀ ਹੈ ਇਹ ਅਗਿਆਨ ਕਰਕੇ ਬਹੁਤਿਆਂ ਦੇ ਮਗਰ ਤੁਰੀ ਫਿਰਦੀ ਹੈ। ਜਿਹੜਾ ਬੀਬੀਆਂ ਦਾ ਗੁਣ ਹੈ ਉਹ ਇਹ ਹੈ ਵੀ ਉਹ ਆਪਦੇ ਘਰ ਦੇ ਵਿੱਚ ਸ਼ੋਭਾ ਪਾਉਂਦੀਆਂ ਨੇ ਤੇ ਮਾਂ ਪਿਓ ਜਿਹਦੇ ਲੜ ਲਾ ਦੇਣ ਉਹਦੇ ਨਾਲ ਹੀ ਪਤੀ ਪਰਮੇਸ਼ਰ ਜਾਣਗੇ। ਤੇ ਸ਼ਰਧਾ ਭਾਵਨਾ ਵਾਲੀਆਂ ਬੀਬੀਆਂ ਦੀ ਸ਼ੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ, ਸਭ ਕੋਈ ਚੰਗਾ ਸਮਝਦਾ ਹੈ। ਤੋ ਜਿਹੜੀ ਬੀਬੀ ਬਹੁਤਿਆਂ ਦੇ ਪਿੱਛੇ ਤੁਰੀ ਫਿਰੇ ਉਹਨੂੰ ਕੋਈ ਵੀ ਚੰਗਾ ਨਹੀਂ ਸਮਝਦਾ। ਤੋ ਇਸ ਵਾਸਤੇ ਜਿਹੜੇ ਮਨਮੁਖ ਸਾਡੇ ਪਤੀ ਕੌਣ ਨੇ? ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹਨੇ ਪੱਗ ਬੰਨੀ ਹੈ ਤੇ ਦਾੜਾ ਹੈ, ਗਾਤਰਾ ਭਾਵੇਂ ਨਹੀਂ ਵੀ ਪਾਇਆ। ਜਿਹੜਾ ਸਿੱਖ ਬੰਦਾ ਉਹ ਕਿਸੇ ਮੂਰਤੀ ਅੱਗੇ ਹੱਥ ਜੋੜ ਕੇ ਖੜਾ ਹੋਵੇ ਜਾਂ ਹਵਨ ਦੇ ਵਿੱਚ ਉਹ ਘਿਓ ਆਦਿਕ ਪਾਉਂਦਾ ਹੋਵੇ ਜਾਂ ਕਿਸੇ ਪੀਰ ਹਰੇ ਕੱਪੜੇ ਵਾਲਿਆਂ ਮੁਸਲਮਾਨਾਂ ਦੇ ਅੱਗੇ ਕਹੇ ਵੀ ਮੈਨੂੰ ਅਰਦਾਸ ਕਰਕੇ ਮੈਨੂੰ ਬਖਸ਼ਿਸ਼ ਦਿਓ, ਮੈਨੂੰ ਕੋਈ ਵਰ ਦਿਓ, ਜਾਂ ਕੋਈ ਟੁੱਟੇ ਫੁੱਟੇ ਬੰਦੇ ਕੋਲ ਟੁੱਟਾ ਫੁੱਟਾ ਮੈਂ ਤਾਂ ਆਖਿਆ ਵੀ ਜਿਹੜਾ ਆਪ ਰੱਬ ਨਾਲੋਂ ਟੁੱਟਿਆ ਹੋਇਆ ਜਾਦੂ ਟੂਣੇ ਵਾਲਾ ਪਖੰਡੀ ਸਾਧ ਉਹਦੇ ਪੈਰਾਂ 'ਚ ਖੜਾ ਹੋਵੇ ਤੇ ਉਹ ਹੀ ਚੰਗਾ ਨਹੀਂ ਲੱਗਦਾ। ਜਿਹੜਾ ਅੰਮ੍ਰਿਤਧਾਰੀ ਸਿੰਘ ਹੈ ਉਹ ਤਾਂ ਭਲਾ ਸੋਭਦਾ ਹੀ ਗੁਰਦੁਆਰੇ ਆ। ਇੱਥੇ ਜਿੰਨਾ ਮਰਜ਼ੀ ਭਾਵੇਂ ਰੁੱਖਾ ਸੁੱਖਾ ਹੈ, ਭਾਵੇਂ ਗਰੀਬੀ ਹੈ ਤੇ ਭਾਵੇਂ ਜੋ ਮਰਜ਼ੀ ਹੈ, ਜਿਹੜੀ ਵਡਿਆਈ ਹੈ ਸੋਭਾ ਹੈ ਅੰਮ੍ਰਿਤਧਾਰੀ ਦੀ ਇਸ ਘਰ ਦੇ ਵਿੱਚ ਹੀ ਹੈ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੰਸਾਰ ਦੇ ਨਾਲ ਨਹੀਂ ਜੋੜਿਆ। ਜ਼ਰੂਰੀ ਨਹੀਂ ਵੀ ਬੰਦੇ ਕੋਲ ਪੈਸਾ ਹੋਵੇ ਜਾਂ ਉਹਦੀ ਬਹੁਤੀ ਵਡਿਆਈ ਜੈ ਜੈਕਾਰ ਹੋਵੇ। ਗੁਰੂ ਸਾਹਿਬ ਨੇ ਮਨ ਸ਼ਾਂਤ ਕਰਨ ਲਈ ਗੁਰਬਾਣੀ ਬਖਸ਼ੀ ਹੈ ਤੇ ਪਰਲੋਕ ਦੇ ਭਲੇ ਦਾ ਉਪਦੇਸ਼ ਦਿੱਤਾ ਹੈ। ਤੋ ਇਸ ਲਈ ਇਸ ਘਰ ਮੇਂ ਹੈ ਸੋ ਤੂੰ ਢੂੰਡ ਖਾਹੇ ਔਰ ਕਿਸੇ ਹੀ ਕੇ ਤੂੰ ਮਤ ਹੀ ਜਾਹੇ। ਪਤ ਵਰਤਾ ਧਰਮ ਦੇ ਵਿੱਚ ਪਰਪੱਕ ਇਸਤਰੀ ਦੀ ਤਰ੍ਹਾਂ ਇੱਕ ਘਰ ਦੇ ਵਿੱਚ ਰਹਿਣਾ ਸ਼ੋਭਾ ਵਾਲਾ ਹੈ। ਸੋ ਨਾਨਕ ਕਹਿ ਘਰ ਕੇਵਲ ਨਾਮ। ਗੁਰੂ ਨਾਨਕ ਸਾਹਿਬ ਭਾਵੇਂ ਮਰਦਾਨੇ ਨੂੰ ਕਈ ਦਿਨ ਭੁੱਖਾ ਰੱਖਦੇ ਸੀ, ਪਰ ਕੀਰਤਨ ਦਾ ਮੇਰੇ ਖਿਆਲ ਮੁਤਾਬਕ ਨਾਗਾ ਨਹੀਂ ਸੀ ਪੈਂਦਾ ਹੋਊਗਾ। ਆਸਾ ਦੀ ਵਾਰ ਡੇਲੀ ਲੱਗਦੀ ਹੋਊਗੀ। ਬਾਕੀ ਹੋਰ ਸ਼ਬਦ ਤਾਂ ਜਦੋਂ ਵੀ ਜੀ ਕਰਦਾ ਪਤਾ ਨਹੀਂ ਕਿੰਨੀ ਵਾਰ ਉਚਾਰਦੇ ਹੋਣਗੇ, ਕਿੰਨੀ ਵਾਰ ਕੀਰਤਨ ਹੁੰਦਾ ਹੋਊ ਦਿਨ ਦੇ ਵਿੱਚ। ਤੇ ਸੋਦਰ ਵੀ ਜ਼ਰੂਰ ਲੱਗਦੀ ਹੋਊਗੀ ਦੋਨੇ ਟਾਈਮ, ਆਸਾ ਦੀ ਵਾਰ ਤੇ ਰਹਿ ਰਾਸ। ਰੋਟੀ ਦੇਣ ਨਾ ਦੇਣ ਤੇ ਪਰ ਗੁਰਬਾਣੀ ਦਾ ਕੀਰਤਨ ਜ਼ਰੂਰ, ਇਸ ਕਰਕੇ ਮਨ ਤਗੜਾ ਰਹਿੰਦਾ ਸੀ। ਸੋ ਇਸ ਘਰ ਦੇ ਵਿੱਚ ਇੱਕੋ ਇੱਕ ਵਾਹਿਗੁਰੂ ਜੀ ਦਾ ਨਾਮ ਹੈ। ਮਨ ਨੇ ਸਾਨੂੰ ਪੂੜੀਆਂ ਛੋਲਿਆਂ ਦਾ ਲਾਲਚ ਨਹੀਂ ਪਾਇਆ। ਇਹਨੇ ਵੀ ਹੋਟਲ ਖੋਲ੍ਹਤਾ ਵੀ ਸਸਤੀਆਂ ਪੂੜੀਆਂ ਖਾਓ, ਸਸਤੇ ਛੋਲੇ। ਉਹ ਤਾਂ ਬਥੇਰਾ ਕੁਝ ਬਾਜ਼ਾਰ ਦੇ ਵਿੱਚ ਫਾਸਟ ਫੂਡ ਜਿੰਨਾ ਮਰਜ਼ੀ ਖਾਈ ਜਾਓ। ਜੇ ਲਾਲਚੀ ਦੇਣ ਕੇ ਇਸ ਘਰ ਦੇ ਵੱਲ ਲਿਆਉਣਾ ਤਾਂ ਫਿਰ ਕੀ ਲਾਭ ਹੈ। ਸਤਿਗੁਰੂ ਜੀ ਨੇ ਸ਼ੁਰੂ ਤੋਂ ਜਦੋਂ ਦੇ ਗੁਰੂ ਨਾਨਕ ਸਾਹਿਬ ਪ੍ਰਗਟੇ ਨੇ ਤੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖ ਮਾਰਗ ਚੱਲਣਾ ਔਖਾ ਰਸਤਾ ਦਿੱਤਾ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਕਿਹੜੀ ਭਲਾ? ਸ਼ਾਇਦ ਤੁਹਾਨੂੰ ਨਾਮ ਪਤਾ ਹੋਵੇ। ਕਈ ਕਹਿੰਦੇ ਆਪਾਂ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਜੀ। ਗੁਰੂ ਗੋਬਿੰਦ ਸਿੰਘ ਦੇ ਕਿਉਂ ਨਹੀਂ? ਅਖੇ ਜੀ ਉਹ ਤਾਂ ਵੀਰ ਰਸੀ ਹੋਏ ਨੇ, ਉਹਨਾਂ ਦਾ ਕਿਰਪਾਨ ਪਾਈ ਹੈ। ਆਪਾਂ ਤਾਂ ਸ਼ਾਂਤਮਈ ਵਾਲੇ ਗੁਰਾਂ ਦੇ ਚੇਲੇ ਹਾਂ। ਉਹ ਲੋਕ ਬੜੇ ਅਣਜਾਣ ਨੇ ਜਿਹੜੇ ਗੁਰੂ ਨਾਨਕ ਸਾਹਿਬ 'ਚ ਤੇ ਗੁਰੂ ਗੋਬਿੰਦ ਸਿੰਘ 'ਚ ਫਰਕ ਸਮਝਦੇ ਨੇ।
ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਹੈ ਉਸੇ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਵਧਾ ਕੇ ਮਰਿਆਦਾ ਵਿੱਚ ਲਿਆਂਦਾ ਹੈ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਆਖਿਆ ਪੰਜ ਪ੍ਰਮਾਣ, ਤੇ ਮਹਾਰਾਜ ਕਹਿੰਦੇ ਵੀ 5 ਬੰਦੇ ਆਓ ਬਈ ਤੁਹਾਨੂੰ ਗੁਰੂ ਘਰ ਦੇ ਵਿੱਚ ਪ੍ਰਮਾਣ ਕਰੀਏ, ਸਿਰ ਦਿਓ। ਵਾਰੀ ਵਾਰੀ 5 ਸਿਰ ਦਿੱਤਾ। ਮਹਾਰਾਜ ਕਹਿੰਦੇ ਹੁਣ 5 ਪ੍ਰਮਾਣ ਤੇ 5 ਪ੍ਰਧਾਨ, ਤੁਹਾਨੂੰ ਹੀ ਪ੍ਰਧਾਨ ਬਣਾਇਆ। ਜਦ ਗੁਰੂ ਸਾਹਿਬ ਨੂੰ ਭੋਗ ਲੱਗਦਾ ਤੇ ਉਸ ਤੋਂ ਬਾਅਦ 5 ਦਾ ਛਾਂਦਾ ਨਿਕਲਦਾ। ਗੁਰੂ ਨਾਨਕ ਸਾਹਿਬ ਦੇ ਬਚਨ ਦੀ ਹੀ ਪ੍ਰੋੜਤਾ ਕੀਤੀ ਗੁਰੂ ਗੋਬਿੰਦ ਸਿੰਘ ਨੇ। ਇਹ ਨਹੀਂ ਵੀ ਆਪਦੇ ਕੋਈ ਘਰੋਂ ਜਾਂ ਆਪਦੇ ਮਨ ਨਾਲ ਅੰਮ੍ਰਿਤ ਛਕਾਇਆ, ਗੁਰੂ ਨਾਨਕ ਸਾਹਿਬ ਦਾ ਹੀ ਅੰਮ੍ਰਿਤ ਛਕਾਇਆ। ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਦਾ ਅਰਥ ਕੀ ਮੰਨਦੇ ਹੋ? ਇਹ ਪੰਕਤੀ ਭਾਈ ਗੁਰਦਾਸ ਜੀ ਦੀ ਆ। ਨਿਰਮਲ ਮੈਲ ਤੋਂ ਰਹਿਤ ਲਿਖਿਆ ਹੁੰਦਾ ਨਾ, ਖਾਲਸ ਦੇਸੀ ਘਿਓ, ਮਤਲਬ ਸ਼ੁੱਧ ਦੇਸੀ ਘਿਓ। ਤੇ ਨਿਰਮਲ ਦਾ ਅਰਥ ਵੀ ਸ਼ੁੱਧ। ਜਿਹੜਾ ਗੁਰੂ ਨਾਨਕ ਸਾਹਿਬ ਨੇ ਭਾਈ ਗੁਰਦਾਸ ਜੀ ਕਹਿੰਦੇ ਵੀ ਨਿਰਮਲ ਪੰਥ ਚਲਾਇਆ, ਉਹੀ ਨਿਰਮਲ ਪੰਥ ਨੂੰ ਅੱਗੇ ਵਧਾਇਆ ਜਿਹਨੂੰ ਮਹਾਰਾਜ ਨੇ ਆਖਿਆ ਖਾਲਸਾ ਪੰਥ। ਮਹਾਰਾਜ ਨੇ ਨਵਾਂ ਕੀ ਕੀਤਾ ਦੱਸੋ? ਸਿਰਫ ਇੱਕ ਮੋਹਰ ਲਾ ਕੇ ਉਹ ਮਰਿਆਦਾ ਨੂੰ ਪਰਪੱਕ ਕਰ ਦਿੱਤਾ, 5 ਕਕਾਰਾਂ ਦੀ ਨਿਸ਼ਾਨੀ ਦੇ ਕੇ, ਤੇ ਬਾਣੀ ਦਾ ਹੀ ਅੰਮ੍ਰਿਤ ਖੰਡੇ ਬਾਟੇ ਰਾਹੀਂ ਪ੍ਰਗਟ ਕੀਤਾ। ਜੋ ਸਾਹਿਬਾਂ ਨੇ ਬਚਨ ਕੀਤਾ ਉਹੀ ਸੀਸ ਲੈ ਕੇ ਤੇ 5 ਪਿਆਰੇ ਸਾਜੇ। ਕਬੀਰ ਸਾਹਿਬ ਜੀ ਇੱਕ ਵੈਰਾਗੀ ਸਾਧੂ ਸੀਗੇ, ਹਿੰਦੂ ਮਤ ਦੇ ਵੈਰਾਗੀ ਸਾਧੂ ਸੀਗੇ। ਉਹਨਾਂ ਨੇ ਬਚਨ ਕੀਤਾ, ਕਹੋ ਕਬੀਰ ਜਨ ਪਏ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਗੁਰੂ ਗ੍ਰੰਥ ਸਾਹਿਬ ਦਾ ਹੀ ਬਚਨ ਮਹਾਰਾਜ ਨੇ ਅੱਗੇ ਵਧਾਇਆ। ਤੋ ਜਿਹੜਾ ਮਹਾਰਾਜ ਨੇ ਆਖਿਆ ਆਓ ਭਾਈ, ਗੁਰੂ ਹਰਗੋਬਿੰਦ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਵੀ ਜਿਹੜੀ ਮਾਂ ਆਪਣਾ ਪੁੱਤ ਭੇਟਾ ਕਰੂਗੀ ਮੇਰੇ ਬੜੀ ਖੁਸ਼ੀ ਹੋਊਗੀ। ਸਤਿਗੁਰੂ ਦੀ ਸਗੀ ਭੂਆ ਜਿਹੜੀ ਬੀਬੀ ਵੀਰੋ ਸੀ, ਗੁਰੂ ਹਰਗੋਬਿੰਦ ਸਾਹਿਬ ਦੀ ਸਪੁੱਤਰੀ, ਉਹਦੇ 5 ਹੀ ਪੁੱਤ ਮਹਾਰਾਜ ਦੇ ਕੋਲ ਆਏ, ਜਿਨ੍ਹਾਂ ਦੇ ਵਿੱਚੋਂ ਭਾਈ ਸੰਗੋ ਸ਼ਾਹ ਤੇ ਉਹ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋਏ। ਉਹਨਾਂ ਦੀ ਮਹਾਰਾਜ ਨੇ ਬਾਣੀ ਬਚਿੱਤਰ ਨਾਟਕ ਵਿੱਚ ਜ਼ਿਕਰ ਕੀਤਾ। ਤੋ ਅਨੇਕਾਂ ਮੈਂਬਰਾਂ ਦੇ ਸੀਸ ਵਾਰੇ। ਜੋ ਗੁਰੂ ਗੋਬਿੰਦ ਸਿੰਘ ਨੇ ਆਖਿਆ ਵੀ ਸੀਸ ਦਿਓ, ਇਹੀ ਬਚਨ ਦਾ ਗੁਰੂ ਨਾਨਕ ਸਾਹਿਬ ਨੇ ਕੀਤਾ, ਉਹਦੀ ਹੋਈ ਪ੍ਰੋੜਤਾ ਕੀਤੀ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਿਲੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਸਾਡੀ ਗਲੀ 'ਚੋਂ ਬੰਦਾ ਪੈਰ ਰੱਖੇ ਜਿਹਨੇ ਸੀਸ ਭੇਟਾ ਕਰਨਾ ਮੰਨ ਲਿਆ ਹੈ। ਸਿਰ ਵੱਡਿਆਂ ਦੀ ਕਲਾਸ ਹੈ, ਇਸ ਰਸਤੇ ਤੇ ਹੰਕਾਰੀ ਬੰਦਾ ਨਹੀਂ ਚੱਲ ਸਕਦਾ। ਤੇ ਇਸ ਵਾਸਤੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਮਨ ਮੁਖਾ ਭੁੱਲਣੀ ਬਹੁਤੀ ਰਾਹੀ। ਮੈਂ ਬੇਨਤੀ ਕਰ ਰਿਹਾ ਸੀ ਵੀ ਇਸ ਘਰ ਦੇ ਵਿੱਚ ਸਭ ਕੁਝ ਹੈ, ਤੇ ਮਹਾਰਾਜ ਨੇ ਲਾਲਚ ਨਹੀਂ ਦਿੱਤਾ ਕਿ ਆਓ ਤੁਹਾਨੂੰ ਜਲੇਬੀਆਂ ਖਵਾਵਾਂ ਜਾਂ ਪੂੜੀਆਂ ਛੋਲੇ ਖਵਾਵਾਂ ਜਾਂ ਆਹ ਕੁਛ ਕਰਾਂ। ਗੁਰੂ ਸਾਹਿਬ ਨੇ ਕਸਵੱਟੀ ਲਾਈ ਹੈ, ਸੀਸ ਦੀ ਭੇਟਾ ਮੰਗੀ ਹੈ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਵੀ ਪੂਰਾ ਪਰਖ ਕੇ, ਤੋਲ ਕੇ, ਮਿਣ ਕੇ ਫਿਰ ਗੁਰਤਾ ਗੱਦੀ ਬਖਸ਼ੀ। ਤੇ ਇਉਂ ਜਿੰਨੇ ਗੁਰੂ ਸਾਹਿਬਾਨ ਗੁਰਤਾ ਗੱਦੀ ਦਿੰਦੇ ਰਹੇ ਕਸਵੱਟੀ ਤੇ ਲਾ ਕੇ। ਤੇ ਕਲਗੀਆਂ ਵਾਲੇ ਨੇ ਜੇ ਖਾਲਸਾ ਪੰਥ ਨੂੰ ਵਡਿਆਈ ਦਿੱਤੀ ਹੈ ਤਾਂ ਮਹਾਰਾਜ ਨੇ ਸੀਸ ਲੈ ਕੇ ਫਿਰ ਅੰਮ੍ਰਿਤ ਬਖਸ਼ਿਆ ਤੇ ਕਲਗੀ ਤੋੜਾ ਚਮਕੌਰ ਸਾਹਿਬ ਦੇ ਵਿੱਚ ਬਖਸ਼ ਕੇ ਸੰਪੂਰਨ ਕਰ ਦਿੱਤਾ। ਆਖਿਆ ਜੋਤ ਤਾਂ ਗੁਰੂ ਗ੍ਰੰਥ ਸਾਹਿਬ 'ਚ ਵਿਰਾਜਮਾਨ ਹੈ, ਗੁਰੂਆਂ ਦੀ, ਅਕਾਲ ਪੁਰਖ ਦੀ, ਪਰ ਜੁਗਤੀ ਪੰਥ ਨੂੰ ਦੇਤੀ। ਕਿਰਪਾਨ ਹੋਰ ਜੋ ਵੀ ਜੁਗਤੀ ਹੈ ਸਾਹਿਬਾਂ ਨੇ ਪੰਥ ਨੂੰ ਬਖਸ਼ਿਸ਼ ਕਰ ਦਿੱਤੀ। ਸੋ ਇਉਂ ਖਾਲਸਾ ਮੇਰੋ ਰੂਪ ਹੈ ਖਾਸ। ਕੋਈ ਲਾਲਚ ਦੇ ਨਾਲ ਜਾਂ ਕੋਈ ਇਸ ਤਰ੍ਹਾਂ ਨਹੀਂ, ਸਤਿਗੁਰੂ ਨੇ ਪੂਰਾ ਪਰਖ ਕੇ ਕਸਵੱਟੀ ਤੇ ਲਾ ਕੇ ਤਾਂ ਬਖਸ਼ਿਸ਼ ਕੀਤੀ ਹੈ। ਇਉਂ ਸੋ ਜਿਹੜੇ ਮਨਮੁਖ ਨੇ ਉਹ ਲਾਲਚ ਵਸ ਬਹੁਤਿਆਂ ਦੇ ਮਗਰ ਭੱਜੇ ਫਿਰਦੇ ਨੇ ਕਿ ਉੱਥੋਂ ਮੈਨੂੰ ਕੁਝ ਮਿਲ ਜਾਊ, ਕੁਝ ਉੱਥੋਂ ਮਿਲ ਜਾਊ। ਇਹ ਸਾਡੇ ਮਨ ਦਾ ਭਰਮ ਜੇ। ਇੱਕ ਨਗਰ ਦੇ ਵਿੱਚ ਮੈਂ ਹਰ ਸਾਲ ਕਥਾ ਕਰਨ ਜਾਣਾ,
ਤੇ ਉਹ ਇੱਕ ਵਾਰ ਗਿਆ, ਨੇਤਰਾਂ ਤੋਂ ਹੀਣੇ ਗੁਰਮੁਖ ਉਹਨਾਂ ਜ਼ਬਾਨੀ ਆਸਾ ਦੀ ਵਾਰ ਇੰਝ ਲਾਉਣੀ ਜਿਸ ਤਰ੍ਹਾਂ ਰਾਗੀ ਵਾਜੇ 'ਤੇ ਗਾਉਂਦੇ ਨੇ, ਬਿਨਾਂ ਹੀ ਵਾਜੇ 'ਤੇ ਜੋੜੀ ਤੋਂ, ਮਤਲਬ ਇੰਨੀ ਆਵਾਜ਼ ਸੋਹਣੀ ਅਤੇ ਉੱਚੀ ਸੀਗੀ। ਦੂਜੇ ਸਾਲ ਗਿਆ ਅਤੇ ਮੈਂ ਕਿਹਾ ਵੀ ਆਸਾ ਦੀ ਵਾਰ ਦੀ ਆਵਾਜ਼ ਨਹੀਂ ਆਉਂਦੀ, ਕਹਿੰਦੇ ਉਹ ਤਾਂ ਸਾਈ ਬਣ ਗਏ। ਕਿਸੇ ਨੇ ਆਖਿਆ ਵੀ ਤੇਰੀ ਨਿਗਾਹ ਆ ਜਾਊਗੀ ਅਤੇ ਤੂੰ ਸਿੱਖੀ ਛੱਡ ਕੇ ਸਾਈ ਬਣ ਜਾ। ਉਹ ਭੋਲੇ ਭਾਲੇ ਗਰੀਬ ਸਿੱਖ ਸੀ ਅਤੇ ਉਹਦੇ ਮਨ 'ਚ ਆਇਆ ਪਤਾ ਨਹੀਂ ਮੇਰੀ ਨਿਗਾਹ ਸ਼ਾਇਦ ਆ ਹੀ ਜਾਏ। ਅਤੇ ਮੈਂ ਕਿਹਾ ਵੀ ਇਹ ਤਾਂ ਬੜਾ ਮਾੜਾ ਹੋਇਆ। ਤੀਜੇ ਸਾਲ ਗਿਆ, ਉਹ ਫਿਰ ਗੁਰਦੁਆਰੇ ਆਸਾ ਦੀ ਵਾਰ ਲਾਵੇ। ਮੈਨੂੰ ਪੁੱਛਿਆ ਹਾਂ ਵੀ ਸੁਣਾ, ਕਹਿੰਦੇ ਐਵੇਂ ਪਖੰਡ ਪਖੁੰਡੀ ਸੀਗਾ, ਝੂਠ ਬੋਲ ਕੇ ਲੈ ਗਏ ਅਤੇ ਹੋਇਆ ਤਾਂ ਕੁਛ ਵੀ ਨਹੀਂ। ਇੱਥੇ ਘੱਟੋ ਘੱਟ ਮਨ ਤਾਂ ਸ਼ਾਂਤ ਰਹਿੰਦਾ, ਮਤਲਬ ਜਿਹੜਾ ਆਪਦਾ ਘਰ ਛੱਡ ਕੇ ਤੁਰਿਆ ਫਿਰੇ ਉਹਦਾ ਮਨ ਭਟਕਦਾ ਰਹਿੰਦਾ, ਸ਼ਾਂਤ ਰਹਿੰਦਾ, ਮਨ ਨਹੀਂ ਟਿਕਦਾ। ਆਪਦਾ ਘਰ ਭਾਵੇਂ ਕੱਖਾਂ ਦੀ ਕੁੱਲੀ ਵੀ ਹੋਵੇ ਉਹਦੇ 'ਚ ਬੰਦਾ ਸੁੱਖ ਦੀ ਨੀਂਦੇ ਸੁਣਦਾ। ਬੇਗਾਨਾ ਘਰ ਭਾਵੇਂ ਸੋਨੇ ਦੇ ਮਹੱਲ ਕਿਉਂ ਨਾ ਹੋਣ, ਸਾਨੂੰ ਤਾਂ ਨੀਂਦ ਹੀ ਨਹੀਂ ਆਉਂਦੀ, ਜੀਓ ਹੀ ਨਹੀਂ ਲੱਗਦਾ। ਅਤੇ ਇਸ ਵਾਸਤੇ ਇਹ ਜਿਹੜਾ ਮਹਾਰਾਜ ਦਾ ਘਰ ਹੈ, ਇੱਥੇ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਜੀਵਨ ਹੈ, ਸਾਧ ਮੁਰਾਦਾ ਕਹਿੰਦਾ ਹੈ ਫਰੀਦਾ ਰੁੱਖੀ ਸੁੱਖੀ ਖਾਈ ਕੈ, ਠੰਡਾ ਪਾਣੀ ਪੀਓ ਅਤੇ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ। ਧੰਨ ਬਾਬਾ ਫਰੀਦ ਸਾਹਿਬ ਦਾ ਜਿਗਰਾ ਦੇਖੋ। ਤੋ ਮਹਾਰਾਜ ਕਹਿੰਦੇ ਨੇ, ਵੇਖੋ ਭਾਈ ਮਰਦਾਨਾ ਸਾਰੀ ਉਮਰ ਮਹਾਰਾਜ ਦੇ ਚਰਨਾਂ ਵਿੱਚ ਰਹੇ। ਤੋ ਜਿਹੜੇ ਮਨਮੁਖ ਨੇ ਉਹ ਲਾਲਚ ਵਸ ਬਹੁਤੀਆਂ ਰਾਹਾਂ ਦੇ ਵਿੱਚ ਭੁੱਲ ਜਾਂਦੇ ਨੇ, ਭਟਕ ਜਾਂਦੇ ਹਨ। ਪਾਥੀ ਮਾਇਆ ਫੰਦੇ, ਅਨੇਕਾਂ ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਵਿੱਚ, ਮਨਮਤ ਦੇ ਰਸਤਿਆਂ ਦੇ ਵਿੱਚ ਇਹ ਜੀਵ ਇਸਤਰੀ ਭੁੱਲੀ ਹੋਈ ਹੈ ਅਤੇ ਮਾਇਆ ਦੇ ਫਾਹਿਆਂ ਦੇ ਵਿੱਚ ਫਸੀ ਪਈ ਹੈ। ਪਲਚ ਪਲਚ ਸਗਲੀ ਮੋਈ, ਝੂਠੈ ਤੰਦੈ ਮੋਹ। ਕਿਤੇ ਵੀ ਚਲੇ ਜਾਓ, ਇਸ ਤਰ੍ਹਾਂ ਦੀ ਕਥਾ, ਇਸ ਤਰ੍ਹਾਂ ਦਾ ਕੀਰਤਨ ਤੁਹਾਨੂੰ ਕਿਤੇ ਨਹੀਂ ਮਿਲੇਗਾ। ਹੋਰ ਤਾਂ ਬਥੇਰਾ ਕੁਛ ਮਿਲੂਗਾ, ਜੋ ਮਹਾਰਾਜ ਦੀ ਬਾਣੀ ਦਾ ਪਾਠ ਇਸ ਤਰ੍ਹਾਂ ਦਾ ਨਹੀਂ ਕਿਤੇ ਮਿਲੂਗਾ, ਇਸ ਤਰ੍ਹਾਂ ਦੀ ਸੰਗਤ ਨਹੀਂ ਕਿਤੇ ਮਿਲੂਗੀ। ਮੈਨੂੰ ਮਾਫ਼ ਕਰਨਾ, ਆ ਹੁਣ ਦੁਸਹਿਰਾ ਹੈ, ਦੀਵਾਲੀ ਹੈ, ਇਹਨਾਂ ਤਿਉਹਾਰਾਂ ਦੇ ਵਿੱਚ ਬਾਜ਼ਾਰ ਦੇ ਵਿੱਚ, ਚੌਂਕਾਂ ਦੇ ਵਿੱਚ ਜੋ ਰਾਮਲੀਲਾ ਕਰੀ ਜਾਂਦੀ ਹੈ, ਉਹ ਰਾਮਲੀਲਾ ਉਹਨਾਂ ਦਾ ਜੀਵਨ ਬੜਾ ਸਾਫ ਸੁਥਰਾ ਸੀਗਾ, ਉਹਨਾਂ ਚੰਗੇ ਕਰਮ ਕੀਤੇ ਅਤੇ ਪਰ ਉਹ ਕੰਮ ਦੀ ਗੱਲ ਘੱਟ ਹੀ ਕੀਤੀ ਜਾਂਦੀ ਹੈ ਅਤੇ ਬਾਕੀ ਰੌਲਾ ਜ਼ਿਆਦਾ ਪਾਇਆ ਜਾਂਦਾ। ਭੁੱਲ ਭੁਲੇਖੇ ਬੰਦਾ ਕਿਤੇ ਆਉਂਦਾ ਜਾਂਦਾ ਖੜੋ ਵੀ ਜਾਏ ਅਤੇ ਦਿਲ ਹੀ ਨਹੀਂ ਲੱਗਦਾ। ਅਤੇ ਕਿਉਂਕਿ ਟਿਊਨਾਂ ਵੈਸੀਆਂ ਨੇ ਅਤੇ ਜਿਹੜਾ ਮਨ ਹੈ ਉਹ ਇਕਾਗਰਤਾ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਹੁੰਦਾ। ਤੋ ਇਉਂ ਗੁਰੂ ਮਹਾਰਾਜ ਨੇ ਸਾਨੂੰ ਸ਼ਾਂਤਮਈ ਕਥਾ ਕੀਰਤਨ ਦੀ ਬਖਸ਼ਿਸ਼ ਕੀਤੀ ਹੈ ਵੀ ਬੜੇ ਪਿਆਰ ਸਤਿਕਾਰ ਨਾਲ ਚੌਂਕੜਾ ਮਾਰ ਕੇ ਹੋਏ ਇਕੱਤਰ, ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਜਿਸ ਤਰ੍ਹਾਂ ਦਾ ਹਰਿਮੰਦਰ ਸਾਹਿਬ ਕੀਰਤਨ ਹੈ, ਇਸ ਤਰ੍ਹਾਂ ਦੀ ਕੋਈ ਜਗ੍ਹਾ ਦੱਸੋ। ਜੇ ਮਹਾਰਾਜ ਨੇ ਝੂਠ ਬੋਲਿਆ ਹੋਵੇ ਤਾਂ ਦੱਸੋ। ਡਿੱਠੇ ਸਭੇ ਥਾਵ ਨਹੀਂ ਤੁਧ ਜੇ ਆ। ਤੇ ਇਸ ਲਈ ਇਹ ਜਿਹੜਾ ਘਰ ਹੈ ਸ਼ਾਂਤੀ ਵਾਲਾ ਹੈ, ਨਾਮ ਤੇ ਗਿਆਨ ਦਾ ਦਾਤਾ ਹੈ। ਕੋਈ ਪੈਸਾ ਦੇ ਸਕਦਾ ਹੈ, ਕੋਈ ਖਾਣ ਨੂੰ ਦੇ ਸਕਦਾ ਹੈ, ਪਰ ਜਿਹੜਾ ਨਾਮ ਤੇ ਬ੍ਰਹਮ ਗਿਆਨ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਇਹ ਕੋਈ ਨਹੀਂ ਦੇ ਸਕਦਾ। ਮਾਇਆ ਦੇ ਫਾਹਿਆਂ ਦੇ ਵਿੱਚ ਸ੍ਰਿਸ਼ਟੀ ਫਸੀ ਹੋਈ ਹੈ। ਠਾਕੁਰ ਪਾਣੀ ਸਾ ਗੁਣਵੰਤੀ, ਇਹ ਸੁਆਮੀ ਪਰਮੇਸ਼ਰ ਜਿਹੜੀ ਤੈਨੂੰ ਭਾ ਗਈ ਉਹ ਜੀਵ ਰੂਪ ਇਸਤਰੀ ਗਿਆਨ ਆਦਿ ਗੁਣਾਂ ਵਾਲੀ ਹੈ। ਤਿਨਹਿ ਸਭ ਰੰਗ ਮਾਣਾ, ਤਿਨਾਂ ਨੇ ਸਾਰਿਆਂ ਦੇ ਅੰਦਰ ਵਿਆਪਕ ਸਰੂਪ ਵਾਹਿਗੁਰੂ ਦੇ ਆਨੰਦ ਨੂੰ ਮਾਣਿਆ ਹੈ। ਨਾਨਕ ਕੀ ਤਰ ਤੂੰ ਹੈ ਠਾਕੁਰ, ਸਤਿਗੁਰੂ ਮਹਾਰਾਜ ਕਥਨ ਕਰਦੇ, ਹੀ ਮਾਲਕ ਪਰਮੇਸ਼ਰ ਤੂੰ ਹੀ ਸਾਡੇ ਜਨਾਂ ਦੇ
ਹਿਰਦੇ ਦੀ ਟੇਕ ਓਟ ਹੈ। ਤੂੰ ਨਾਨਕ ਕਾ ਮਾਣਾ, ਤੇ ਤੂੰ ਹੀ ਸਾਡੇ ਜਨਾਂ ਦਾ, ਮੇਰੇ ਨਾਨਕ ਦਾ ਤਨ ਕਰਕੇ ਮਾਣ ਹੈ। ਜਾਂ ਮੈਂ ਦਾਸ ਨਾਨਕ ਨੇ ਤੇਰੀ ਕਿਰਪਾ ਕਰਕੇ ਗਿਆਨ ਦਾ ਆਨੰਦ ਮਾਣਿਆ। ਤੂੰ ਹੀ ਇਸ ਲੋਕ ਵਿੱਚ ਆਸਰਾ ਤੇ ਪਰਲੋਕ ਵਿੱਚ ਸਤਿਕਾਰ ਦੇਣ ਵਾਲਾ ਹੈ। ਹਉ ਵਾਰੀ ਵੰਜਾ, ਮੈਂ ਮਨ ਬਾਣੀ ਕਰਕੇ ਵਾਰਨੇ ਜਾਵਾਂ, ਭੁੱਲੇ ਵੰਜਾ, ਸਰੀਰ ਕਰਕੇ ਵੀ ਕੁਰਬਾਨ ਜਾਵਾਂ। ਤੂੰ ਪਰਬਤ ਮੇਰਾ ਓਲਾ ਰਾਮ, ਇਹ ਰਾਮ ਤੂੰ ਮੇਰਾ ਸਮੀਰ ਪਰਬਤ ਵਾਂਗ ਆਸਰਾ ਰੂਪ ਹੈ ਜਾਂ ਸੁੰਦਰ ਸਰੂਪ ਹੈ। ਹਉ ਬਲ ਜਾਈ ਲਖ 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 ਬਰੀਆ, ਮੈਂ ਲੱਖਾਂ ਵਾਰ ਮਨ ਕਰਕੇ, ਲੱਖਾਂ ਵਾਰ ਤਨ ਕਰਕੇ, ਲੱਖਾਂ ਵਾਰ ਸਰੀਰ ਕਰਕੇ ਤੁਹਾਥੋਂ ਬਲਿਹਾਰ ਜਾਂਦਾ ਹਾਂ। ਜਿਨ ਭ੍ਰਮ ਪਰਦਾ ਖੁੱਲਾ ਰਾਮ, ਜਿਨ੍ਹਾਂ ਗੁਰਾਂ ਨੇ ਭਰਮ ਕਰਕੇ ਜੀਵ ਈਸ਼ ਦੀ ਅਭੇਦਤਾ ਦਾ ਪਿਆ ਹੋਇਆ ਪਰਦਾ ਖੋਲ੍ਹ ਦਿੱਤਾ ਹੈ। ਇਹ ਪਰਮੇਸ਼ਰ ਵਾਹਿਗੁਰੂ, ਹਉ ਬਲ ਜਾਈ ਲੱਖ ਲੱਖ ਲਖ ਬਰੀਆ, ਜਿਨ੍ਹਾਂ ਗੁਰਮੁਖ ਜਨਾਂ ਤੇਰੇ ਲਖ ਸਰੂਪ ਨੂੰ ਲਖਿਆ, ਮੈਂ ਨਾ ਗੁਰਮੁਖ ਜਨਾਂ ਤੋਂ ਲੱਖਾਂ ਵਾਰੀ ਵਾਰਨੇ ਜਾਂਦੀ ਆ। ਇਸੇ ਤਰ੍ਹਾਂ ਹਉ ਬਲ ਜਾਈ ਲੱਖ ਲੱਖ ਲਖ ਬਰੀਆ, ਇਹ ਭਾਈ ਇਸ ਮਨੁੱਖਾ ਜਨਮ 'ਚ ਹੀ ਪਰਮੇਸ਼ਰ ਨੂੰ ਲਖਣ ਜਾਣਨ ਦੀ ਵਾਰੀ ਹੈ। ਜਿਨ੍ਹਾਂ ਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਸਰੂਪ ਨੂੰ ਲਖਿਆ ਜਾਣਿਆ, ਉਹਨਾਂ ਦੇ ਉੱਪਰੋਂ ਮੈਂ ਲੱਖਾਂ ਵਾਰੀ ਵਾਰਨੇ ਜਾਂਦੀ ਆ। ਜਨ ਭ੍ਰਮ ਪਰਦਾ ਖੁੱਲਾ ਰਾਮ, ਪੂਰੇ ਗੁਰਾਂ ਦੀ ਸੰਗਤ ਹੀ ਲਖ ਸਰੂਪ ਪਰਮੇਸ਼ਰ ਦੇ ਲਖਣ ਦਾ ਵੇਲਾ। ਜਿਨ੍ਹਾਂ ਨੇ ਇਸ ਮਨੁੱਖਾ ਜਨਮ ਦੀ ਵਾਰੀ 'ਚ ਗੁਰਾਂ ਦੀ ਸੰਗਤ ਦੁਆਰਾ ਪਰਮੇਸ਼ਰ ਨੂੰ ਲਖਿਆ ਜਾਣਿਆ, ਉਹਨਾਂ ਦੇ ਉੱਪਰੋਂ ਮੈਂ ਲੱਖਾਂ ਵਾਰੀ ਵਾਰਨੇ ਜਾਂਦੀ ਆ। ਮਿਟੇ ਅੰਧਾਰੇ ਤਾਂ ਜੇ ਬੇਕਾਰੇ, ਇਹ ਵਾਹਿਗੁਰੂ ਸੋ ਜਿਸ ਵਕਤ ਕਾਮ ਆਦਿਕ ਵਿਕਾਰ ਤਿਆਗ ਦਿੱਤੇ, ਉਸ ਵਕਤ ਅਗਿਆਨ ਰੂਪ ਹਨੇਰਾ ਨਿਵਰਤ ਹੋ ਗਿਆ। ਤਾਂ ਕਰ ਸਿਉ ਮਨ ਮਾਨਾ, ਇਹ ਤਾਂ ਹੋਇਆ ਜਦ ਮਾਲਕ ਪਰਮੇਸ਼ਰ ਦੇ ਨਾਲ ਮੇਰਾ ਚਿੱਤ ਮੰਨ ਗਿਆ। ਇਸੇ ਤਰ੍ਹਾਂ ਮਿਟੇ ਅੰਧਾਰੇ ਤਾਂ ਜੇ ਬੇਕਾਰੇ, ਜਦ ਕਾਮ ਆਦਿਕ ਵਿਕਾਰ ਤਿਆਗ ਦਿੱਤੇ, ਤਦ ਅਗਿਆਨ ਦਾ ਹਨੇਰਾ ਮਿਟ ਗਿਆ। ਤਾਂ ਕਰ ਸਿਉ ਮਨ ਮਾਨਾ, ਤੇ ਉਦੋਂ ਹੀ ਤੇਰੇ ਤੇ ਮਨ ਮੰਨ ਗਿਆ। ਪ੍ਰਭ ਜੀ ਪਾਣੀ ਭਈ ਨਿਕਾਣੀ, ਇਹ ਪਰਮੇਸ਼ਰ ਜੀ ਜਦ ਮੈਂ ਆਪ ਨੂੰ ਭਾ ਗਈ, ਤਾਂ ਯਮ ਕਾਮ ਆਦਿਕਾਂ ਦੀ ਕਾਣ ਕਨੋੜ ਤੋਂ ਰਹਿਤ ਹੋ ਗਈ, ਜਾਂ ਦੁਨੀਆ ਵੱਲੋਂ ਬੇਮੁਥਾਜ ਹੋ ਗਈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਸੋ ਮੇਰਾ ਜਿਹੜਾ ਪਰਵਾਨਾ ਹੈ, ਸਫਲ ਜਨਮ ਪਰਵਾਨਾ, ਮੇਰਾ ਪਰਮਾਨਿਕ ਮਨੁੱਖਾ ਜਨਮ ਵੀ ਸਫਲ ਹੋ ਗਿਆ। ਮੈਂ ਪਰਮਾਨਿਕ ਹੋ ਗਈ। ਭਈ ਅਮੋਲੀ ਪਾਰਾ ਤੋਲੀ, ਉਦੋਂ ਮੈਂ ਵੈਰਾਗ ਆਦਿਕ ਭਾਰੇ ਤੋਲ ਵਾਲੀ ਤੇ ਅਮੋਲਕ ਹੋ ਗਈ। ਮੁਗਤ ਜੁਗਤ ਦਰ ਖੁੱਲਾ, ਜਦ ਤੂੰ ਗੁਰਾਂ ਦੁਆਰਾ ਮੁਕਤੀ ਦਾ ਸੋ ਵਿਧੀ ਦੇ ਸਹਿਤ ਗਿਆਨ ਰੂਪੀ ਦਰਵਾਜ਼ਾ ਖੋਲਿਆ। ਇਸੇ ਤਰ੍ਹਾਂ ਭਈ ਅਮੋਲੀ ਪਾਰਾ ਤੋਲੀ, ਜਿੰਨੇ ਭਾਰੇ ਭਾਵ ਅਧਿਸ਼ਟਾਨ ਸਰੂਪ ਪਰਮੇਸ਼ਰ ਦੇ ਸਰੂਪ ਦੀ ਵਿਚਾਰ ਕੀਤੀ, ਉਹ ਜੀਵ ਰੂਪ ਇਸਤਰੀ ਅਮੋਲਕ ਜੀਵਨ ਵਾਲੀ ਹੋ ਗਈ ਹੈ। ਮੁਗਤ ਜੁਗਤ ਦਰ ਖੁੱਲਾ, ਪਰ ਉਸ ਵਾਸਤੇ ਪਰਮੇਸ਼ਰ ਨੇ ਗੁਰਾਂ ਦੁਆਰਾ ਮੁਕਤੀ ਦੀ ਜੁਗਤੀ ਦਾ ਗਿਆਨ ਨੂੰ ਦਰਵਾਜ਼ਾ ਖੋਲ ਦਿੱਤਾ। ਕਹੋ ਨਾਨਕ ਹਉ ਨਿਰਭਉ ਹੋਈ, ਸਤਿਗੁਰੂ ਕਥਨ ਕਰਦੇ ਨੇ ਮਹਾਰਾਜ ਕਿ ਇਸ ਪ੍ਰਕਾਰ ਮੈਂ ਭੈ ਤੋਂ ਰਹਿਤ ਹੋ ਗਈ। ਸੋ ਪ੍ਰਭ ਮੇਰਾ ਓਲਾ, ਸੋ ਕਿਉਂਕਿ ਉਹ ਪਰਮੇਸ਼ਰ ਮੇਰਾ ਲੋਕ ਪਰਲੋਕ ਚ ਆਸਰਾ ਰੂਪ ਜੋ ਹੋ ਗਿਆ ਜਾਂ ਪਰਦਾ ਰੱਖਣ ਵਾਲਾ ਹੋ ਗਿਆ, ਤਾਂ ਮੈਂ ਨਿਰਭਉ ਹੋ ਗਈ।
ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਮਾਫ ਕਰਨੀਆਂ, ਅੱਗੇ ਤੋਂ ਸਮਰਥ ਬਖਸ਼ਣੇ। ਭਈ ਅਮੂਲੀ ਪਾਰਾ ਤੋਲੀ ਮੁਗਤ ਜੁਗਤ ਦਰ ਖੁੱਲਾ ਕਹੋ ਨਾਨਕ ਹਉ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰਿ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮ